मुखविंदर सिंह छीना ਦੀ ਜਿਹੜੀ ਆ ਨਾਨਕ ਸਿੰਘ ਉਸ ਵਕਤ ਜਿਹੜੇ ਉੱਥੋਂ ਦੇ ਐਸਐਸਪੀ ਸੀ ਤਾਂ ਉਹਨਾਂ ਦੀ ਜੋ ਇੱਕ ਰਿਪੋਰਟ ਹੈ ਜਾਂ ਉਹਨਾਂ ਦਾ ਕੋਈ ਅੰਡਰਟੇਕਿੰਗ ਹੈ ਉਹਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਕਿਹਾ ਗਿਆ ਸੀ ਕਿ ਸਾਰੇ ਸਬੂਤ ਸੰਭਾਲੇ ਹੋਏ ਨੇ, ਸਾਰੇ ਸਬੂਤ ਸੁਰੱਖਿਅਤ ਨੇ। ਤੁਸੀਂ ਉਸ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਉਸ ਨੂੰ ਆਪਣੀ ਰਿਪੋਰਟ 'ਚ ਨਹੀਂ ਸ਼ਾਮਲ ਕੀਤਾ, ਉਹਨੂੰ ਪਾਸੇ ਕਰ ਦਿੱਤਾ। ਇਹ ਇੱਕ ਤਰ੍ਹਾਂ ਦਾ ਦੋਸ਼ ਹੈ ਵੈਸੇ ਤੁਹਾਡੇ ਤੇ। ਇਸ 'ਤੇ ਕੋਈ ਸ਼ੱਕ ਨਹੀਂ ਹੈ ਕਿ 6 ਸਾਲ ਹੋ ਗਏ ਨੇ ਇਸ ਇੰਸੀਡੈਂਟ ਨੂੰ ਤੇ ਅਜੇ ਤੱਕ ਕੋਈ ਇਨਸਾਫ ਪ੍ਰਣਾਲੀ ਜਿਹੜੀ ਹੈ ਨਾ ਉਹਦੇ ਅੱਗੇ ਕੋਈ ਪ੍ਰੋਗਰੈਸ ਨਹੀਂ ਹੋਈ ਉਹਦੇ 'ਚ। ਚਾਹੇ ਤੁਸੀਂ ਇਨਵੈਸਟੀਗੇਸ਼ਨ ਲੈ ਲਓ, ਚਾਹੇ ਤੁਸੀਂ ਉਸ ਨੂੰ ਕੋਰਟ ਦੇ ਵਿੱਚ ਜਿਹੜੀਆਂ ਚਾਰਜ ਸ਼ੀਟ ਫਾਈਲ ਹੋਈਆਂ ਨੇ ਉਹਨਾਂ ਦੇ ਲੈ ਲਓ, ਉਹਨਾਂ ਦੀ ਕੁਝ ਪ੍ਰੋਗਰੈਸ ਜਿਹੜੀ ਹੈ ਹੀ ਨਹੀਂ ਬਿਲਕੁਲ ਮੇਰੇ ਹਿਸਾਬ ਨਾਲ। ਤੁਸੀਂ ਜਾਂਚ ਕੀਤੀ ਹੈ, ਕੀ ਮਹਿਸੂਸ ਕਰਦੇ ਹੋ ਕਿ ਚਰਨਜੀਤ ਸ਼ਰਮਾ ਜੋ ਇੰਨੇ ਸਾਲਾਂ ਬਾਅਦ ਬੋਲਣਾ, ਉਹਦਾ ਬੋਲਣਾ ਇਸ ਕਰਕੇ ਅਹਿਮ ਹੈ ਕਿ ਉਹ ਉਸ ਵਕਤ ਮੌਕੇ ਦਾ ਅਫਸਰ ਸੀ ਜਿੱਥੇ ਗੋਲੀ ਚੱਲੀ ਹੈ। ਉਹਨਾਂ ਨੇ ਇੱਕ ਗੱਲ ਇਹ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਵਾਰ-ਵਾਰ ਜ਼ੋਰ ਦੇ ਕੇ ਅਸੀਂ ਸਮਝ ਸਕਦੇ ਹਾਂ ਕਿ ਗੋਲੀ ਸੈਲਫ ਡਿਫੈਂਸ ਵਿੱਚ ਚਲਾਈ ਗਈ ਹੈ। ਉਹਨਾਂ ਦਾ ਜੋ ਕਹਿਣਾ ਹੈ ਉਹ ਤਾਂ ਇੱਕ ਅਕਿਊਜ਼ ਦਾ ਬਿਆਨ ਕਿਹਾ ਜਾ ਸਕਦਾ ਹੈ, ਤੁਸੀਂ ਉਹ ਸੱਚਾਈ ਉਹਦੇ 'ਚ ਕੋਈ ਨਹੀਂ ਹੈਗੀ। ਉਹ ਬਿਲਕੁਲ ਗਲਤ ਬਿਆਨ ਨਹੀਂ ਕਰ ਰਹੇ ਨੇ। ਬਾਈਬਲ ਕਲਾਂ ਦੇ ਵਿੱਚ 100-150 ਤੋਂ ਜ਼ਿਆਦਾ ਬੰਦਾ ਹੈ ਹੀ ਨਹੀਂ ਸੀ ਉੱਥੇ। ਜਿਹੜੀ ਪੁਲਿਸ ਸੀ ਉਹ 600-700 ਤੋਂ ਜ਼ਿਆਦਾ ਵਾਕਿਆ 'ਚ ਤਾਇਦਾਦ ਸੀ ਉੱਥੇ। ਉੱਥੇ ਤੁਹਾਡੀ ਰਿਪੋਰਟ ਦੇ ਉਹ ਵਰਕੇ ਜਿਨ੍ਹਾਂ 'ਚ ਇੰਨਾ ਵਾਸ਼ ਲਿਖਿਆ ਗਿਆ ਹੈ ਕਿ ਸੀਐਮ ਹਾਊਸ ਵਾਸ ਕੈਪਟਨ ਦਾ ਲੂਪ ਦੈਟ ਨਾਈਟ, ਜਾਂ ਉਹ ਆਰਡਰ ਕਰ ਰਿਹਾ ਸੀ, ਜਾਂ ਡੀਜੀਪੀ ਨਾਲ ਸੰਬੰਧ ਸੀ, ਜਾਂ ਆਈਜੀ ਜਿਹੜੇ ਪਰਮਰਾਜ ਸਿੰਘ ਉਮਰਾਨਗਰ ਕੋਟਕਪੂਰੇ ਸੀ ਉਹਨਾਂ ਨਾਲ ਸੰਪਰਕ ਸੀ ਫੋਨ ਤੇ, ਉਹ ਸਾਰੀਆਂ ਚੀਜ਼ਾਂ ਹੀ ਮਨਫੀ ਹੋ ਜਾਂਦੀਆਂ ਨੇ ਇਹ ਬਿਆਨ ਨਾਲ ਕਿ ਸੈਲਫ ਡਿਫੈਂਸ ਚੱਲੀ ਹੈ। ਇੱਕ ਅਕਿਊਜ਼ ਦਾ ਮਤਲਬ ਕਿ ਨਾ ਟਾਈਮ ਬਾਈ ਟਾਈਮ ਸਟੇਟਮੈਂਟ ਚੇਂਜ ਕਰਨ ਦਾ ਇੱਕ ਤਰੀਕਾ ਹੈ। ਕੋਈ ਵੀ ਅਕਿਊਜ਼ ਨੂੰ ਜੋ ਤੁਸੀਂ ਕਹੋਗੇ ਤਾਂ ਉਹ ਇਹ ਥੋੜ੍ਹਾ ਮੰਨੇਗਾ ਕਿ ਜੀ ਮੇਰਾ ਕਸੂਰ ਹੈ ਤੇ ਜਾਂ ਉਹ ਤਾਂ ਆਪਣੀ ਡਿਫੈਂਸ 'ਚ ਯੂਨਿਟ ਕਹੇਗਾ। ਕੀ ਤੁਸੀਂ ਇਹ ਗੱਲ ਦਾਅਵੇ ਨਾਲ ਕਹਿ ਰਹੇ ਹੋ ਕਿ ਚਰਨਜੀਤ ਸ਼ਰਮਾ ਨੇ ਕਦੇ ਵੀ ਕਿਸੇ ਵੀ ਜਾਂਚ ਦੇ ਅੱਗੇ ਜਾਂ ਕਿਸੇ ਵੀ ਲਿਖਤੀ ਰੂਪ ਵਿੱਚ ਅੰਡਰਟੇਕਿੰਗ ਦਿੰਦੇ ਹੋਏ ਇਹ ਗੱਲ ਨਹੀਂ ਕਹੀ ਕਿ ਸੈਲਫ ਡਿਫੈਂਸ ਵਿੱਚ ਗੋਲੀ ਚੱਲੀ ਹੈ? ਉਹ ਅੱਜ ਕਹਿ ਰਹੇ ਨੇ। ਮੇਰੇ ਕੋਲ ਜਿੰਨੇ ਵੀ ਬਿਆਨ ਸੀ, ਜਿੰਨੇ ਵੀ ਪੁਲਿਸ ਅਫਸਰ ਨੇ ਬਿਆਨ ਦਿੱਤੇ, ਕਿਸੇ ਨੇ ਨਹੀਂ ਕਿਹਾ ਕਿ ਸੈਲਫ ਡਿਫੈਂਸ 'ਚ ਗੋਲੀ ਚਲਾਈ। ਉੱਥੇ ਸੈਲਫ ਡਿਫੈਂਸ ਹੈ ਕੀ ਸੀ? ਲੋਕਾਂ ਕੋਲ ਅਸਲੇ ਸੀ ਜਿੱਥੇ ਗੋਲੀ ਨਾਲ ਉਹਨਾਂ ਨੂੰ ਕਾਬੂ ਕਰਨਾ ਸੀ। ਬਿਲਕੁਲ ਗਲਤ ਗੱਲ ਹੈ ਇਹ ਸਾਰੀ। ਕਿਸੇ ਨੇ ਕੋਈ ਧਿਆਨ ਨਹੀਂ ਹੈ ਕਿ ਜਿਹੜੇ 2 ਬੰਦੇ ਜਿਨ੍ਹਾਂ ਦੇ ਆਪਣੇ ਉੱਥੇ ਜਾਨ ਗਵਾਈ ਹੈ ਉਹਨਾਂ ਨੂੰ ਜਸਟਿਸ ਦੇਣਾ ਵੀ ਤਾਂ ਸਾਡਾ ਫਰਜ਼ ਬਣਦਾ ਹੈ। ਸਾਡੇ ਇੱਕ ਆਰਗੇਨਾਈਜੇਸ਼ਨ ਦਾ, ਸਾਡੇ ਗੌਰਮੈਂਟ ਦਾ, ਸਾਡੇ ਸਾਰੇ ਸੁਸਾਇਟੀ ਦਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਜਸਟਿਸ ਦਿੱਤਾ ਜਾਵੇ, ਪਰ ਉਹਨਾਂ ਨੂੰ ਜਸਟਿਸ ਨਹੀਂ ਮਿਲੀ। ਸਕਾਈ ਨਿਊਜ਼ ਪੰਜਾਬ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ। ਅੱਜ 14 ਅਕਤੂਬਰ ਹੈ। 14 ਅਕਤੂਬਰ 2015 ਨੂੰ ਪੰਜਾਬ ਦੇ ਵਿੱਚ ਬਾਈਬਲ ਕਲਾਂ ਤੇ ਕੋਟਕਪੂਰਾ ਗੋਲੀकांड ਵਾਪਰੇ ਸੀ, ਜਿਸ 'ਚ ਕਈ ਬੰਦੇ ਫੱਟੜ ਹੋਣ ਦੇ ਨਾਲ 2 ਵਿਅਕਤੀ ਉਹਨਾਂ ਦੀ ਮੌਤ ਹੋ ਗਈ ਸੀ। ਪਰ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਵੀ ਗੱਲ ਇਨਸਾਫ ਦੀ ਇੱਕ ਵੱਖਰੇ ਥਾਂ 'ਤੇ ਰਹਿ ਜਾਂਦੀ ਹੈ। ਪਰ ਇੱਕ ਵੱਡਾ ਸਵਾਲ ਜਿਹੜਾ ਉਹ ਇੰਨੇ ਸਾਲਾਂ ਬਾਅਦ ਵੀ ਜਿਉਂ ਦਾ ਤਿਉਂ ਖੜਿਆ ਹੈ। ਕਿੰਨੇ ਹੀ ਕਮਿਸ਼ਨ ਆਫ ਇਨਕੁਆਇਰੀ ਬਹਿ ਚੁੱਕੇ ਨੇ, ਕਿੰਨੀਆਂ ਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮਸ ਬਹਿ ਚੁੱਕੀਆਂ ਨੇ, ਕਿੰਨੇ ਹੀ ਪੜਾਵਾਂ ਦੇ ਉੱਤੇ ਜਾਂਚ ਹੋ ਚੁੱਕੀ ਹੈ। ਉਹ ਸਵਾਲ ਹੈ ਕਿ ਗੋਲੀ ਕਿਉਂ ਚਲਾਈ ਸੀ, ਕਿਸ ਨੇ ਚਲਾਈ ਸੀ, ਜਾਂ ਫਿਰ ਕਿਸ ਦੇ ਕਹਿਣ ਤੇ ਚਲਾਈ ਗਈ ਸੀ। ਇਸ ਸਵਾਲ ਦਾ ਜਵਾਬ ਹੀ ਹਾਲੇ ਤੱਕ ਨਹੀਂ ਲੱਭਿਆ ਜਾ ਸਕਿਆ। ਇੱਥੋਂ ਤੱਕ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਹੀ ਹੁਣ ਸੁਪਰੀਮ ਕੋਰਟ ਵੀ ਕਿਸੇ ਨਾ ਕਿਸੇ ਪੱਧਰ ਦੇ ਵਿੱਚ ਇਸ ਨਾਲ ਸੰਬੰਧਿਤ ਕੇਸਾਂ ਦੇ ਵਿੱਚ ਸ਼ਾਮਲ ਹੈ। ਅੱਜ ਇਸ ਦਿਨ ਦੇ ਉੱਤੇ 14 ਅਕਤੂਬਰ ਦਿਨ ਦੇ ਉੱਤੇ ਅਸੀਂ ਇੱਕ ਅਹਿਮ ਵਿਅਕਤੀ ਨਾਲ ਅਸੀਂ ਤੁਹਾਡੀ ਜਿਹੜੀ ਹੈਗੀ ਆ ਗੱਲਬਾਤ ਕਰਨ ਜਾ ਰਹੇ ਹਾਂ। ਉਹ ਨੇ ਜਸਟਿਸ ਰਣਜੀਤ ਸਿੰਘ। ਜੱਜ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਜਸਟਿਸ ਰਣਜੀਤ ਸਿੰਘ ਤੋਂ ਅਸੀਂ ਭਲੀ ਭਾਂਤ ਜਾਣੂ ਹਾਂ ਕਿ ਜੋ ਮੌਜੂਦਾ ਸਰਕਾਰ ਹੈ, ਜਦੋਂ ਇਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਸੀ ਤਾਂ ਉਹਨਾਂ ਨੇ ਆਉਂਦਿਆਂ ਹੀ ਜਿਹੜਾ ਜਾਂਚ ਕਮਿਸ਼ਨ ਬਿਠਾਇਆ ਸੀ ਜਿਸ ਦੇ ਮੁਖੀ ਜਸਟਿਸ ਰਣਜੀਤ ਸਿੰਘ ਸੀਗੇ। ਅਸੀਂ ਸਭ ਤੋਂ ਦਰੁਸਤ ਸਮਝਿਆ ਕਿ ਇਹਨਾਂ ਨਾਲ ਹੀ ਜ਼ਰੂਰ ਇਸ ਦਿਨ ਦੇ ਉੱਤੇ ਕੋਈ ਨਾ ਕੋਈ ਸ਼ਬਦਾਂ ਦੀ ਸਾਂਝ ਪਾਈ ਜਾਵੇ ਤਾਂ ਜੋ ਲੱਗੇ ਕਿ ਕੋਈ ਨਾ ਕੋਈ ਕਿਸੇ ਨਾ ਕਿਸੇ ਪੱਧਰ ਦੇ ਉੱਤੇ ਇਹ ਗੱਲ ਸੋਚੀ ਜਾ ਰਹੀ ਹੈ ਕਿ ਇਹ ਮਸਲਾ ਹੱਲ ਹੋਣਾ ਹੀ ਚਾਹੀਦਾ ਹੈ। ਇਸ ਨੂੰ ਜਿਹੜਾ ਫਾਈਲਾਂ ਦੇ ਵਿੱਚ ਦਬ ਕੇ ਨਹੀਂ ਰਹਿਣ ਦੇਣਾ ਚਾਹੀਦਾ ਹੈ। ਜੱਜ ਸਾਹਿਬ, ਪਹਿਲਾਂ ਮੈਂ ਪ੍ਰਤੀਕਰਮ ਜਾਣਨਾ ਚਾਹਾਂਗਾ ਕਿ 14 ਅਕਤੂਬਰ ਨੂੰ ਆਪਾਂ ਬੈਠੇ ਹਾਂ ਤੇ 14 ਅਕਤੂਬਰ 2015 ਨੂੰ ਜਿਹੜਾ ਹੈਗਾ ਇਹ ਘਟਨਾ ਵਾਪਰੀ ਸੀ। ਕੀ ਤੁਸੀਂ ਪਹਿਲਾ ਰਿਐਕਸ਼ਨ ਦੇਣਾ ਚਾਹੋਗੇ? ਇੰਨੇ ਸਾਲਾਂ ਬਾਅਦ ਕਿਸ ਪੋਜੀਸ਼ਨ 'ਚ ਖੜ੍ਹੇ ਹਾਂ ਅਸੀਂ? ਦੇਖੋ ਜੀ, ਇਸ 'ਤੇ ਕੋਈ ਸ਼ੱਕ ਨਹੀਂ ਹੈ ਕਿ 6 ਸਾਲ ਹੋ ਗਏ ਨੇ ਇਸ ਇੰਸੀਡੈਂਟ ਨੂੰ
ਤੇ ਅਜੇ ਤੱਕ ਕੋਈ ਇਨਸਾਫ ਪ੍ਰਣਾਲੀ ਜਿਹੜੀ ਹੈ ਨਾ ਉਹਦੇ ਅੱਗੇ ਕੋਈ ਪ੍ਰੋਗਰੈਸ ਨਹੀਂ ਹੋਈ ਉਹਦੇ 'ਚ। ਚਾਹੇ ਤੁਸੀਂ ਇਨਵੈਸਟੀਗੇਸ਼ਨ ਲੈ ਲਓ, ਚਾਹੇ ਤੁਸੀਂ ਉਸ ਨੂੰ ਕੋਰਟ ਦੇ ਵਿੱਚ ਜਿਹੜੀਆਂ ਚਾਰਜ ਸ਼ੀਟ ਫਾਈਲ ਹੋਈਆਂ ਨੇ ਉਹਨਾਂ 'ਤੇ ਲੈ ਲਓ, ਉਹਨਾਂ ਦੇ ਕੁਝ ਪ੍ਰੋਗਰੈਸ ਜਿਹੜੀ ਹੈ ਹੀ ਨਹੀਂ ਬਿਲਕੁਲ ਮੇਰੇ ਹਿਸਾਬ ਨਾਲ। ਤਾਂ ਉਹਦੇ ਕੀ ਕਾਰਨ ਨੇ, ਉਹ ਕਈ ਕਾਰਨ ਇਕੱਠੇ ਹੋਏ ਨੇ ਇਸ ਗੱਲ ਕਰਕੇ, ਪਰ ਜਿਹੜਾ ਪੀੜਤਾਂ ਨੂੰ ਇਨਸਾਫ ਨਹੀਂ ਮਿਲ ਸਕਿਆ ਅਜੇ ਤੱਕ, ਇਹ ਤਾਂ ਮੈਂ ਕਹੂੰਗਾ ਜ਼ਰੂਰ। ਜੀ ਜੱਜ ਸਾਹਿਬ, ਜਿਹੜੀ ਅਸੀਂ ਅੱਜ ਗੱਲ ਕਰ ਰਹੇ ਹਾਂ, 6 ਸਾਲ ਬਾਅਦ ਗੱਲ ਕਰ ਰਹੇ ਹਾਂ, ਇਸ ਦੌਰਾਨ ਬਹੁਤ ਸਾਰੇ ਲੋਕ ਸਾਹਮਣੇ ਆਏ ਨੇ, ਬਹੁਤ ਸਾਰੀਆਂ ਰਿਪੋਰਟਾਂ ਸਣੇ ਤੁਹਾਡੀ ਰਿਪੋਰਟ ਸਾਹਮਣੇ ਆਈ ਹੈ, ਸਰਕਾਰਾਂ ਦੇ ਬਿਆਨ, ਪੀੜਤਾਂ ਦੇ ਬਿਆਨ, ਪਰ ਇੱਕ ਬਿਆਨ ਜਿਹੜਾ ਹੈਗਾ, ਇੱਕ ਨਵਾਂ ਬਿਆਨ ਜਿਹੜਾ ਕਹਿ ਲਓ ਜਾਂ ਸਭ ਤੋਂ ਅਹਿਮ ਬਿਆਨ ਕਹਿ ਲਓ, ਉਹ ਪਬਲਿਕ ਹੋਇਆ ਹੈ। ਉਹ ਹੈ ਉਸ ਵਕਤ ਦੇ ਐਸਐਸਪੀ ਮੋਗਾ, ਜੋ ਕਿ ਉੱਥੇ ਮੌਕੇ ਦੇ ਅਫਸਰ ਸੀ, ਚਰਨਜੀਤ ਸਿੰਘ ਸ਼ਰਮਾ ਉਹਨਾਂ ਦਾ ਨਾਮ ਲਿਖਿਆ ਜਾਂਦਾ ਹੈ, ਕਿ ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਮੀਡੀਆ ਦੇ ਇੱਕ ਹਿੱਸੇ ਨਾਲ ਜਿਹੜੀ ਹੈਗੀ ਆ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਇੱਕ ਗੱਲ ਇਹ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਵਾਰ-ਵਾਰ ਜ਼ੋਰ ਦੇ ਕੇ ਅਸੀਂ ਸਮਝ ਸਕਦੇ ਹਾਂ, ਕਿ ਗੋਲੀ ਸੈਲਫ ਡਿਫੈਂਸ ਵਿੱਚ ਚਲਾਈ ਗਈ ਹੈ। ਤੁਸੀਂ ਜਾਂਚ ਕੀਤੀ ਹੈ, ਕੀ ਮਹਿਸੂਸ ਕਰਦੇ ਹੋ ਕਿ ਚਰਨਜੀਤ ਸ਼ਰਮਾ ਜੋ ਇੰਨੇ ਸਾਲਾਂ ਬਾਅਦ ਬੋਲਣਾ, ਉਹਦਾ ਬੋਲਣਾ ਇਸ ਕਰਕੇ ਅਹਿਮ ਹੈ ਕਿ ਉਹ ਉਸ ਵਕਤ ਮੌਕੇ ਦਾ ਅਫਸਰ ਸੀ ਜਿੱਥੇ ਗੋਲੀ ਚੱਲੀ ਹੈ? ਨਹੀਂ, ਇੱਕ ਦੇਖੋ, ਉਹ ਤਾਂ ਇੱਕ ਅਕਿਊਜ਼ਡ ਹੈ ਇਸ ਸਾਰੇ ਵਾਕਿਆ 'ਚ, ਜਿਹੜਾ ਬਹਿਬਲ ਕਲਾਂ ਵਿੱਚ ਹੋਇਆ ਤੇ ਕੋਟਕਪੂਰੇ ਵਿੱਚ ਵੀ ਹੋਇਆ। ਜਿਹੜਾ ਉਹਨਾਂ ਦਾ ਜੋ ਕਹਿਣਾ ਹੈ, ਉਹ ਤਾਂ ਇੱਕ ਅਕਿਊਜ਼ ਦਾ ਬਿਆਨ ਕਿਹਾ ਜਾ ਸਕਦਾ ਹੈ ਉਹਨੂੰ। ਤੁਸੀਂ ਉਹ ਸੱਚਾਈ ਉਹਦੇ 'ਚ ਕੋਈ ਨਹੀਂ ਹੈਗੀ। ਮੈਂ ਉਹਨਾਂ ਦੀ ਉਹ ਇੰਟਰਵਿਊ ਸੁਣੀ ਹੈ। ਉਹ ਕਿਸ ਤਰ੍ਹਾਂ ਇੱਕ ਉਹਨਾਂ ਦਾ ਪੱਖ ਰੱਖਿਆ ਗਿਆ ਹੈ ਅਤੇ ਕਿਸੇ ਦੂਸਰੇ ਪੱਖ ਨੂੰ ਕੋਈ ਤਰਜੀਹ ਨਹੀਂ ਦਿੱਤੀ ਗਈ, ਇਹ ਬੜਾ ਅਨਫੋਰਚੂਨੇਟ ਗੱਲ ਹੈ। ਇੱਕ ਉਹ ਬਿਲਕੁਲ ਗਲਤ ਬਿਆਨੀ ਕਰ ਰਹੇ ਨੇ। ਬਹਿਬਲ ਕਲਾਂ ਦੇ ਵਿੱਚ 100-150 ਤੋਂ ਜ਼ਿਆਦਾ ਬੰਦਾ ਹੈ ਹੀ ਨਹੀਂ ਸੀ ਉੱਥੇ। ਜਿਹੜੀ ਪੁਲਿਸ ਸੀ ਉਹ 600-700 ਤੋਂ ਜ਼ਿਆਦਾ ਵਾਕਿਆ 'ਚ ਤਾਇਦਾਦ ਸੀ ਉੱਥੇ। ਪਰ ਮੈਂ ਦਰਸ਼ਕਾਂ ਨੂੰ ਵੀ ਥੋੜ੍ਹਾ ਜਿਹਾ ਨਾਲ ਜੋੜਨ ਵਾਸਤੇ ਇਸ 'ਚ ਇਨਪੁਟ ਦੇ ਦਾਂ। ਚਰਨਜੀਤ ਸ਼ਰਮਾ ਦਾ ਆਪਣੀਆਂ ਤਾਜ਼ਾ ਇੰਟਰਵਿਊ 'ਚ ਕਹਿਣਾ ਹੈ ਕਿ 80 ਕੁ ਪੁਲਿਸ ਵਾਲੇ ਸੀ ਅਤੇ 1400 ਦੇ ਕਰੀਬ ਜਿਹੜੇ ਨੇ ਉਹ ਸੰਗਤ ਸੀ, ਜੋ ਕਿ ਕੋਟਕਪੂਰਾ ਗੋਲੀ ਚੱਲਣ ਤੋਂ ਬਾਅਦ ਉੱਧਰ ਇਕੱਠੀ ਹੋਈ ਸੀ। ਬਿਲਕੁਲ ਗਲਤ ਗੱਲ ਹੈ ਜੀ। ਇਹ ਕੋਈ ਐਵੀਡੈਂਸ ਜਿਹੜੀ ਸਾਡੇ ਕੋਲ ਆਈ ਸੀ, ਜਾਂ ਉਸ ਵੇਲੇ ਜੋ ਇਹਨਾਂ ਨੇ ਮੇਰੇ ਕੋਲ ਵੀ ਬਿਆਨ ਦਿੱਤਾ ਸੀ, ਉਹਦੇ 'ਚ ਕੋਈ ਐਸੀ ਇਹਨਾਂ ਨੇ ਆਪਣੀ ਬਿਆਨ 'ਚ ਦਰਜ ਨਹੀਂ ਕਰਾਇਆ ਜਿਹੜੀ ਸਟਰੈਂਥ ਜਿਹੜੀ ਹੁਣ ਦੱਸ ਰਿਹਾ। ਇਹਨਾਂ ਨੇ ਰਾਦਰ ਜਿਹੜਾ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੇ ਸਾਹਮਣੇ ਬਿਆਨ ਦਿੱਤਾ ਸੀ, ਉੱਥੇ ਇਹ ਮੰਨਿਆ ਸੀ ਕਿ ਇਹ ਇੰਚਾਰਜ ਸੀ ਉੱਥੇ ਬਹਿਬਲ ਕਲਾਂ ਦੇ ਵਿੱਚ। ਮੇਰੇ ਕੋਲ ਇਹਨਾਂ ਨੇ ਉਸ ਪੱਖ ਨੂੰ ਥੋੜ੍ਹਾ ਜਿਹਾ ਅੱਖੋਂ ਨੋਲਾ ਕਰਕੇ ਤੇ ਇਹ ਕਿਹਾ ਜੀ ਉੱਥੇ ਕਿਸੇ ਦਾ ਕੋਈ ਚਾਰਜ ਨਹੀਂ ਸੀ, ਕੋਈ ਹੈ ਨਹੀਂ ਸੀ, ਮਤਲਬ ਕੋਈ ਚਾਰਜ ਨਹੀਂ ਸੀ ਉੱਥੇ। ਇਸ ਤਰ੍ਹਾਂ ਇਸ ਇੱਕ ਅਕਿਊਜ਼ ਦਾ ਮਤਲਬ ਕਿ ਨਾ ਟਾਈਮ ਬਾਈ ਟਾਈਮ ਸਟੇਟਮੈਂਟ ਚੇਂਜ ਕਰਨ ਦਾ ਇਹ ਇੱਕ ਤਰੀਕਾ ਹੈ। ਕੋਈ ਵੀ ਅਕਿਊਜ਼ ਨੂੰ ਜੋ ਤੁਸੀਂ ਕਹੋਗੇ ਤਾਂ ਉਹ ਇਹ ਥੋੜ੍ਹਾ ਮੰਨੇਗਾ ਕਿ ਜੀ ਮੇਰਾ ਕਸੂਰ ਹੈ, ਅਤੇ ਜਾਂ ਉਹ ਤਾਂ ਆਪਣੀ ਡਿਫੈਂਸ 'ਚ ਹੀ ਕਹੇਗਾ। ਪਰ ਉਹ ਜਿਹੜੀ ਡਿਫੈਂਸ ਜੋ ਮੇਰੇ ਸਾਹਮਣੇ ਜੋ ਬਿਆਨ ਆਏ ਸੀ ਜਾਂ ਜਿਹੜੀ ਐਵੀਡੈਂਸ ਆਈ ਸੀ, ਉਹ ਬਿਲਕੁਲ ਗਲਤ ਹੈ। ਪੁਲਿਸ ਉੱਥੇ ਬਹੁਤ ਜ਼ਿਆਦਾ ਤਾਦਾਦ 'ਚ ਮੌਜੂਦ ਸੀ। ਜਿਹੜੇ ਪ੍ਰੋਟੈਸਟਰ ਸੀ ਜਾਂ ਧਰਨਾਕਾਰੀ ਸੀ, ਉਹ ਲਿੰਕ ਰੋਡ 'ਤੇ ਬੈਠੇ ਸਨ ਔਰ ਉਹ ਲੰਗਰ ਛਕਾ ਰਹੇ ਸਨ। ਪੁਲਿਸ ਵੀ ਲੰਗਰ ਛਕ ਰਹੀ ਸੀ ਔਰ ਉਹਦਾ ਮੇਨ ਰੋਡ ਦੇ ਉੱਤੇ ਕੋਈ ਉਹਨਾਂ ਦਾ ਕਾਰੋਬਾਰ ਨਹੀਂ ਸੀ। ਉਹ ਉੱਥੇ ਬਿਲਕੁਲ ਨਹੀਂ ਬੈਠੇ ਹੋਏ ਸੀ ਅਤੇ ਮੇਰੇ ਖਿਆਲ 'ਚ 100 ਜਾਂ 125 ਜਾਂ 150 ਤੋਂ ਜ਼ਿਆਦਾ ਉੱਥੇ ਲੋਕ ਨਹੀਂ ਸੀ, ਕਿਉਂਕਿ ਉਹਨਾਂ ਨੂੰ ਸਵੇਰੇ ਪਹਿਲਾਂ 14 ਤਰੀਕ ਨੂੰ ਤਾਂ DSP ਬਿਸ਼ਨੋਈ ਅਤੇ ਜਿਹੜਾ SHO ਹੈ ਉਹੀ ਫੜ ਕੇ ਲੈ ਗਏ ਸੀ। ਲੇਡੀਜ਼ ਨੂੰ ਵੀ ਫੜ ਕੇ ਲੈ ਗਏ ਸੀ ਅਰਲੀ ਮਾਰਨਿੰਗ ਤੋਂ। ਕੋਟਕਪੂਰਾ ਤੋਂ ਉੱਥੇ ਜਿਹੜੇ ਪਹੁੰਚਣ ਵਾਲੇ ਕੋਈ ਐਸੀ ਐਵੀਡੈਂਸ ਸਾਡੇ ਸਾਹਮਣੇ ਨਹੀਂ ਸੀ ਆਈ ਕਿ ਉੱਥੇ ਆਏ ਨੇ, ਨਾ ਹੀ ਕਿਸੇ ਇਹਨਾਂ ਨੇ ਕੋਈ ਪੁਲਿਸ ਵਾਲਿਆਂ ਨੇ ਬਿਆਨ ਦਿੱਤਾ। ਇਹ ਪੁਲਿਸ ਦਾ ਉੱਥੇ ਸ਼ਰੇਆਮ ਸੈਲਫ ਡਿਫੈਂਸ ਵਾਲੀ ਗੱਲ ਹੀ ਕੋਈ ਨਹੀਂ ਸੀ ਹੈਗੀ। ਨਾ ਇਹਨਾਂ ਨੇ ਆਪਣੇ ਉੱਥੇ ਕਿਹਾ ਕਿ ਸੈਲਫ ਡਿਫੈਂਸ 'ਚ ਗੋਲੀ ਚਲਾਈ ਗਈ ਹੈ। ਇਹਨਾਂ ਨੇ ਜੋ ਆਪਣੇ ਐਫੀਡੇਵਿਟ ਫਾਈਲ ਕੀਤੇ ਨੇ, ਚਰਨਜੀਤ ਸ਼ਰਮਾ ਜਾਂ ਹੋਰ ਜਿੰਨੇ ਵੀ ਪੁਲਿਸ ਆਫਿਸਰਸ ਨੇ, ਕਿਸੇ ਨੇ ਆਪਣੇ ਬਿਆਨ ਦੇ ਵਿੱਚ ਇਹ ਨਹੀਂ ਕਿਹਾ ਕਿ ਜੀ ਗੋਲੀ ਜਿਹੜੀ ਉੱਥੇ ਚਲਾਈ ਗਈ ਸੈਲਫ ਡਿਫੈਂਸ ਚਲਾਈ ਗਈ। ਉੱਥੇ ਸੈਲਫ ਡਿਫੈਂਸ ਹੈ ਕੀ ਸੀ? ਕੋਈ ਲੋਕਾਂ ਕੋਲ ਅਸਲੇ ਸੀ ਜਿੱਥੇ ਗੋਲੀ ਨਾਲ ਉਹਨਾਂ ਨੂੰ ਕਾਬੂ ਕਰਨਾ ਸੀ? ਬਿਲਕੁਲ ਗਲਤ ਗੱਲ ਹੈ ਇਹ ਸਾਰੀ। ਕਿਸੇ ਨੂੰ ਤੁਸੀਂ ਦੇਖੋ, ਬਹਿਬਲ ਕਲਾਂ ਦੇ ਵਿੱਚ ਸਿਰਫ ਇੱਕ ਕਾਂਸਟੇਬਲ ਨੂੰ ਸੀਰੀਅਸ ਇੰਜਰੀ ਆਈ, ਹੋਰ ਕਿਸੇ ਨੂੰ ਕੋਈ ਝਰੀਟ ਵੀ ਨਹੀਂ ਹੈਗੀ। ਇੱਕ ਅਮਰਜੀਤ ਆਪਣਾ ਚਰਨਜੀਤ ਸ਼ਰਮਾ ਦਾ ਇੱਕ ਗਨਮੈਨ ਹੈ ਜਿਹਨੇ ਬਾਅਦ ਵਿੱਚ ਜਾ ਕੇ ਦੱਸਿਆ ਕਿ ਮੇਰਾ ਬਾਂਹ ਫ੍ਰੈਕਚਰ ਹੋਈ ਹੈ, ਅਤੇ ਉਹਨੇ ਇਲਾਜ ਆਪਣਾ ਅੰਮ੍ਰਿਤਸਰ ਪ੍ਰਾਈਵੇਟ ਹਸਪੀਟਲ 'ਚੋਂ ਕਰਾਇਆ। ਗੌਰਮੈਂਟ ਹਸਪੀਟਲ 'ਚੋਂ ਡਿਸਚਾਰਜ ਹੋ ਕੇ ਉਹ ਪ੍ਰਾਈਵੇਟ ਹਸਪੀਟਲ ਚਲਾ ਗਿਆ।
ਇਹ ਸਟੇਟ ਦੇ ਵਿੱਚ ਕਿੱਦਾਂ ਕਹਿ ਸਕਦੇ ਨੇ ਕਿ ਜੀ ਉੱਥੇ ਜਿਹੜੀ 1400 ਜਾਂ 1500 ਬੰਦੇ ਦੀ ਭੀੜ ਸੀ ਤੇ ਪੁਲਿਸ ਵਾਲੇ ਥੋੜ੍ਹੇ ਸੀਗੇ। ਪੁਲਿਸ ਬਹੁਤ ਜ਼ਿਆਦਾ ਤਾਦਾਦ ਸੀ ਉੱਥੇ, ਆਥਰੂ ਗੈਸ ਸੀ ਉੱਥੇ, ਉਹਨਾਂ ਕੋਲ ਸਭ ਕੁਝ ਸੀ, ਅਸਲਾ ਸੀ। ਈਵਨ ਉਹਨਾਂ ਜਿਹੜੀਆਂ ਰੈਪਿਡ ਫਾਇਰ ਵਾਲੀਆਂ ਟੀਮਾਂ ਨੇ ਉਹ ਵੀ ਉੱਥੇ ਹਾਜ਼ਰ ਸੀ। ਉੱਥੇ ਤਾਂ ਬਹੁਤ ਜ਼ਿਆਦਾ ਮਤਲਬ ਅੰਧਾਧੁੰਦ ਗੋਲੀ ਚਲਾਈ ਗਈ ਜਿਹੜੀ ਕਿ ਬਿਲਕੁਲ ਅਨਜਸਟੀਫਾਈਡ ਸੀ। ਇਹ ਜਿਹੜਾ ਬਾਕੀ ਜੋ ਕੁਝ ਵੀ ਬਿਆਨਬਾਜ਼ੀ ਹੋ ਰਹੀ ਹੈ ਮੈਂ ਉਹਦੇ ਨਾਲ ਸਹਿਮਤ ਨਹੀਂ ਹਾਂ, ਉਹ ਬਿਲਕੁਲ ਝੂਠ ਹੈ। ਦੇਖੋ, ਮੈਂ ਤੁਹਾਨੂੰ ਇਹ ਤਾਂ ਨਹੀਂ ਸਰ ਪੁੱਛਾਂਗਾ ਕਿ ਤੁਸੀਂ ਜਦੋਂ ਇਹ ਗੱਲ ਕਹਿ ਰਹੇ ਹੋ ਕਿ ਜੋ ਅੰਧਾਧੁੰਦ ਗੋਲੀਬਾਰੀ ਉੱਥੇ ਹੋਈ ਹੈ, ਫਾਇਰਿੰਗ ਹੋਈ ਹੈ, ਕਿ ਉਹ ਤੁਹਾਡੇ ਕੋਲ ਰੈਫਰੈਂਸ ਕੀ ਹੈ, ਤੁਹਾਡੇ ਕੋਲ ਐਵੀਡੈਂਸ ਕੀ ਹੈ? ਮੈਨੂੰ ਲੱਗਦਾ ਕਿ ਤੁਹਾਨੂੰ ਪੁੱਛਣਾ ਬਣਦਾ ਨਹੀਂ ਹੈ ਇਸ ਤਰ੍ਹਾਂ ਪਬਲਿਕ ਪਲੇਟਫਾਰਮ ਦੇ ਉੱਤੇ, ਕਿਉਂਕਿ ਤੁਸੀਂ ਰਿਪੋਰਟ ਵਿੱਚ ਸਾਰਾ ਸਬਮਿਟ ਕਰ ਚੁੱਕੇ ਹੋ, ਜੋ ਰਿਪੋਰਟ ਟੇਬਲ ਹੋਣ ਤੋਂ ਬਾਅਦ ਪਬਲਿਕ ਹੋ ਚੁੱਕੀ ਹੈ। ਪਰ ਕੀ ਤੁਸੀਂ ਇਹ ਗੱਲ ਦਾਅਵੇ ਨਾਲ ਕਹਿ ਰਹੇ ਹੋ ਕਿ ਚਰਨਜੀਤ ਸ਼ਰਮਾ ਨੇ ਕਦੇ ਵੀ ਕਿਸੇ ਵੀ ਜਾਂਚ ਦੇ ਵਿੱਚ ਅੱਗੇ ਜਾਂ ਕਿਸੇ ਵੀ ਲਿਖਤੀ ਰੂਪ ਵਿੱਚ ਅੰਡਰਟੇਕਿੰਗ ਦਿੰਦੇ ਹੋਏ ਇਹ ਗੱਲ ਨਹੀਂ ਕਹੀ ਕਿ ਸੈਲਫ ਡਿਫੈਂਸ ਵਿੱਚ ਗੋਲੀ ਚੱਲੀ ਹੈ, ਜੋ ਉਹ ਅੱਜ ਕਹਿ ਰਹੇ ਨੇ? ਮੇਰੇ ਕੋਲ ਜਿੰਨੇ ਵੀ ਬਿਆਨ ਸੀ, ਜਿੰਨੇ ਵੀ ਪੁਲਿਸ ਅਫਸਰ ਨੇ ਬਿਆਨ ਦਿੱਤੇ, ਕਿਸੇ ਨੇ ਨਹੀਂ ਕਿਹਾ ਕਿ ਸੈਲਫ ਡਿਫੈਂਸ 'ਚ ਗੋਲੀ ਚਲਾਈ ਹੈ। ਰਾਦਰ ਚਰਨਜੀਤ ਸ਼ਰਮਾ ਦਾ ਬਿਆਨ ਜੋ ਮੇਰੇ ਕੋਲ ਹੈਗਾ ਕਿ ਕਿਸੇ ਨੂੰ ਕੋਈ ਪਤਾ ਨਹੀਂ ਸੀ, ਕੋਈ ਕਮਾਂਡ ਨਹੀਂ ਸੀ, ਕੋਈ ਕੰਟਰੋਲ ਨਹੀਂ ਸੀ, ਕੋਈ ਕਿਤੇ ਸੀ। ਔਰ ਮੈਂ ਇਹਨਾਂ ਦਾ ਬਿਆਨ ਇਹ ਹੈ ਕਿ ਮੈਂ ਤਾਂ ਭੱਜ ਕੇ ਚੱਲਦੀ ਕਾਰ 'ਚ ਮੈਂ ਭੱਜ ਕੇ ਉੱਥੋਂ ਨਿਕਲਿਆ। ਇਹਨਾਂ ਦਾ ਬਿਆਨ ਮੇਰੇ ਕੋਲ ਇਹ ਹੈ। ਕੋਈ ਐਸੀ ਗੱਲ ਨਹੀਂ ਹੈਗੀ। ਜਿਹੜੀ ਅੰਧਾਧੁੰਦ ਗੋਲੀ ਮੈਂ ਕਹਿ ਰਿਹਾ ਜੀ, ਉਹਦੇ 'ਚ ਤਾਂ ਬਹੁਤ ਸਾਰੇ ਖੋਖੇ ਉੱਥੋਂ ਇਕੱਠੇ ਕੀਤੇ ਗਏ। ਉਹ ਕਿਸੇ ਇੱਕ ਬੰਦੇ ਨੂੰ ਦਿੱਤੇ ਜਾਏ ਜਿਹਦਾ ਨਾਮ ਖੇਤਾ ਸਿੰਘ ਸੀਗਾ। ਖੇਤਾ ਸਿੰਘ ਨੇ ਜਾਂ ਤਾਂ ਪੁਲਿਸ ਦੇ ਡਰ 'ਚ ਲੈ ਕੇ ਉਹਨਾਂ ਨੂੰ ਵਾਪਸ ਕਰ ਦਿੱਤੇ, ਜਾਂ ਉਹ ਕਿਸੇ ਨੂੰ ਉਹਨੇ ਹੈਂਡਓਵਰ ਕਰ ਦਿੱਤੇ ਤੇ ਪੁਲਿਸ ਨੇ ਉਹਨਾਂ ਕੋਲੋਂ ਆਪਣੇ ਕਬਜ਼ੇ 'ਚ ਲੈ ਲਏ। ਮੈਂ ਇਸ 'ਤੇ ਬੜਾ ਸੀਰੀਅਸ ਕਮੈਂਟ ਕੀਤਾ ਹੋਇਆ ਹੈ ਕਿ ਜੇ ਉਹ ਖੋਖੇ ਪ੍ਰੀਜ਼ਰਵ ਹੋ ਜਾਂਦੇ, ਜਿਹੜੇ ਕਿ ਪਲੈਂਟੀ ਇਨ ਨੰਬਰ ਸੀਗੇ, ਉਹ ਇੱਕ ਐਸੀ ਐਵੀਡੈਂਸ ਹੁੰਦੀ ਜਿਹਦੇ ਨਾਲ ਕਲਿੰਚਿੰਗ ਪੀਸ ਆਫ ਐਵੀਡੈਂਸ ਹੁੰਦੀ ਕਿ ਗੋਲੀ ਕਿਹੜੇ ਰਾਈਫਲ ਤੋਂ ਚੱਲੀ ਹੈ। ਫਿਰ ਖੋਖੇ ਨੂੰ ਛੱਡੋ ਤੁਸੀਂ ਜੀ, ਫਿਰ ਇਹਨਾਂ ਨੇ ਉਹਦੇ ਗਰੂਵਸ ਜਿਹੜੇ ਸੀ ਬੁਲਟ ਦੇ, ਉਹਨਾਂ ਨੂੰ ਟੈਂਪਰ ਕੀਤਾ। 8-8 ਮਹੀਨੇ 2 ਸਾਲ ਪਹਿਲਾਂ ਉਹ ਬੁਲਟ ਲੈ ਕੇ ਨਹੀਂ ਆਏ ਲੁਧਿਆਣੇ ਤੋਂ, 8 ਮਹੀਨੇ ਪੁਲਿਸ ਸਟੇਸ਼ਨ 'ਚ ਰੱਖ ਛੱਡਿਆ। ਇਹ ਤਾਂ ਬਹੁਤ ਹੀ ਇੱਕ ਮੰਦਭਾਗੀ ਗੱਲ ਹੈ ਕਿ ਜਿਹੜਾ ਹੁਣ ਜਸਟੀਫਿਕੇਸ਼ਨ ਦਿੱਤੀ ਜਾ ਰਹੀ ਹੈ। ਕਿਸੇ ਨੇ ਕੋਈ ਧਿਆਨ ਨਹੀਂ ਹੈ ਕਿ ਜਿਹੜੇ 2 ਬੰਦੇ ਜਿਨ੍ਹਾਂ ਨੇ ਆਪਣੇ ਉੱਥੇ ਜਾਨ ਗਵਾਈ ਹੈ, ਉਹਨਾਂ ਨੂੰ ਜਸਟਿਸ ਦੇਣਾ ਵੀ ਤਾਂ ਸਾਡਾ ਫਰਜ਼ ਬਣਦਾ ਨਾ। ਸਾਡਾ ਇੱਕ ਆਰਗੇਨਾਈਜੇਸ਼ਨ ਦਾ, ਸਾਡੇ ਗੌਰਮੈਂਟ ਦਾ, ਸਾਡੇ ਸਾਰੇ ਸੁਸਾਇਟੀ ਦਾ ਫਰਜ਼ ਬਣਦਾ ਕਿ ਉਹਨਾਂ ਨੂੰ ਵੀ ਜਸਟਿਸ ਦਿੱਤਾ ਜਾਵੇ, ਪਰ ਉਹਨਾਂ ਨੂੰ ਜਸਟਿਸ ਨਹੀਂ ਮਿਲ ਰਿਹਾ। ਜੱਜ ਸਾਹਿਬ, ਅਸੀਂ ਕਿਉਂਕਿ 14 ਅਕਤੂਬਰ ਨੂੰ ਗੱਲ ਕਰ ਰਹੇ ਹਾਂ, ਅੱਜ ਦੇ ਦਿਨ ਹੀ 2015 'ਚ ਇਹ ਘਟਨਾਕ੍ਰਮ ਜਿਹੜਾ ਮੰਦਭਾਗਾ ਵਾਪਰਿਆ ਸੀ। ਤੁਸੀਂ ਸਬੂਤਾਂ ਦੀ ਗੱਲ ਕੀਤੀ ਹੈ, ਖੋਖਿਆਂ ਦੀ ਗੱਲ ਕੀਤੀ ਹੈ, ਜਾਂ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਉੱਤੇ ਗਰੂਪਸ ਜਿਹੜੇ ਉਹਨਾਂ ਦੀ ਬਾਡੀ 'ਚੋਂ ਮਿਲੇ ਸੀ ਜਾਂ ਉੱਥੇ ਮਿਲੇ ਸੀ, ਜੋ ਵੀ ਕਾਰਤੂਸ ਜਿਹੜੇ ਚੱਲੇ ਹੋਏ, ਉਹਨਾਂ ਦੇ ਉੱਤੇ ਲਕੀਰਾਂ ਮਾਰ ਦਿੱਤੀਆਂ ਗਈਆਂ, ਝਰੀਟਾਂ ਪਾ ਦਿੱਤੀਆਂ ਗਈਆਂ। ਆਪਾਂ ਸਿੱਧੀ ਭਾਸ਼ਾ 'ਚ, ਸਰਲ ਭਾਸ਼ਾ 'ਚ ਗੱਲ ਕਰੀਏ। ਲੇਕਿਨ ਚਰਨਜੀਤ ਸ਼ਰਮਾ ਨੇ ਇੱਕ ਸਵਾਲ ਜਿਹੜਾ ਸਿੱਧੇ ਤੌਰ 'ਤੇ ਤੁਹਾਡੇ 'ਤੇ ਚੁੱਕਿਆ ਹੈ ਇੱਕ ਤਾਜ਼ਾ ਇੰਟਰਵਿਊ ਦੇ ਵਿੱਚ, ਕਿ ਮੁਖਵਿੰਦਰ ਸਿੰਘ ਛੀਨਾ ਦੀ ਜਿਹੜੀ ਆ, ਨਾਨਕ ਸਿੰਘ ਉਸ ਵਕਤ ਜਿਹੜੇ ਉੱਥੋਂ ਦੇ SSP ਸੀ, ਤਾਂ ਉਹਨਾਂ ਦੀ ਜੋ ਇੱਕ ਰਿਪੋਰਟ ਹੈ ਜਾਂ ਉਹਨਾਂ ਦਾ ਕੋਈ ਅੰਡਰਟੇਕਿੰਗ ਹੈ, ਉਹਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਕਿਹਾ ਗਿਆ ਸੀ ਕਿ ਸਾਰੇ ਸਬੂਤ ਸੰਭਾਲੇ ਹੋਏ ਨੇ, ਸਾਰੇ ਸਬੂਤ ਸੁਰੱਖਿਅਤ ਨੇ। ਤੁਸੀਂ ਉਸ ਨੂੰ, ਉਹਨਾਂ ਨੇ ਕਿਹਾ ਕਿ ਤੁਸੀਂ ਉਸ ਨੂੰ ਆਪਣੀ ਰਿਪੋਰਟ 'ਚ ਨਹੀਂ ਸ਼ਾਮਲ ਕੀਤਾ, ਉਹਨੂੰ ਪਾਸੇ ਕਰ ਦਿੱਤਾ। ਇਹ ਇੱਕ ਤਰ੍ਹਾਂ ਦਾ ਦੋਸ਼ ਹੈ ਵੈਸੇ ਤੁਹਾਡੇ 'ਤੇ। ਕੋਈ ਬਿਲਕੁਲ ਮੇਰੇ ਸਾਹਮਣੇ ਐਸੀ ਕੋਈ ਬਿਆਨ ਆਇਆ ਹੀ ਨਹੀਂ ਮੁਖਵਿੰਦਰ ਸਿੰਘ ਛੀਨਾ ਦਾ। ਮੁਖਵਿੰਦਰ ਸਿੰਘ ਛੀਨਾ ਦਾ ਕੌਣ ਸੀਗਾ ਮੈਨੂੰ ਤਾਂ ਯਾਦ ਨਹੀਂ ਇਸ ਵੇਲੇ ਆ ਰਿਹਾ। IG ਸੀ ਉਸ ਵਕਤ, ਹੁਣ ਉਦੋਂ DIG ਸੀ। ਮੈਂ ਤੁਹਾਨੂੰ ਦੱਸਦਾ ਜੀ, ਉਹ ਮੁਖਵਿੰਦਰ ਸਿੰਘ ਇਸ ਤਰ੍ਹਾਂ ਗੱਲ ਸੀਗੀ ਕਿ ਜਿਹੜੀ ਟੈਂਪਰਿੰਗ ਹੋਈ ਸੀ ਨਾ, ਉਹਦੀ ਜਦੋਂ ਸਾਡੇ ਕੋਲ ਐਵੀਡੈਂਸ ਆਈ ਕਿ ਬੁਲਟ ਦੇ ਜਿਹੜੇ ਗਰੂਵਸ ਨੇ ਉਹ ਟੈਂਪਰ ਹੋਏ ਨੇ, ਤੇ ਮੈਂ DGP ਨੂੰ ਇੱਕ ਚਿੱਠੀ ਲਿਖੀ ਸੀ ਕਿ ਸਾਡੇ ਕੋਲ ਕੋਈ ਇਹਦੀ ਇਨਕੁਆਇਰੀ ਜਾਂ ਇਨਵੈਸਟੀਗੇਸ਼ਨ ਦਾ ਜ਼ਰੀਆ ਨਹੀਂ ਹੈਗਾ, ਇਹਨੂੰ ਕਿਸੇ ਇਨਵੈਸਟੀਗੇਸ਼ਨ ਕਰਕੇ ਸਾਨੂੰ ਦਿੱਤਾ ਜਾਵੇ ਵੀ ਇਹ ਕਿਸ ਤਰ੍ਹਾਂ ਹੋਏ ਤੇ ਕਿੰਨੇ ਕੀਤੇ ਨੇ। ਉਹਨਾਂ ਨੇ IG ਫਿਰੋਜ਼ਪੁਰ ਰੇਂਜ ਸ਼ਾਇਦ ਉਦੋਂ ਸੀਗੇ ਉਹ, ਜਾਂ ਕੋਈ ਉੱਥੇ DIG ਸੀ MS ਛੀਨਾ, ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਇਨਕੁਆਇਰੀ ਕੌਂਸਟੀਟਿਊਟ ਕੀਤੀ ਸੀ। ਉਹਨਾਂ ਦੀ ਜਿਹੜੀ ਰਿਪੋਰਟ ਆਈ ਸੀ, ਉਹਨਾਂ ਨੇ ਕਿਹਾ ਸੀ ਕਿ ਸਾਡੀ ਰਿਪੋਰਟ 'ਚ ਮੁਤਾਬਕ ਸਾਨੂੰ ਨਹੀਂ ਪਤਾ ਲੱਗ ਸਕਿਆ ਕਿ ਕਿੱਥੇ ਟੈਂਪਰ ਹੋਏ ਨੇ ਤੇ ਕਿੱਥੇ ਹੋਇਆ। ਕੋਈ ਉਹਨਾਂ ਨੂੰ ਇਗਨੋਰ ਨਹੀਂ ਕੀਤਾ ਗਿਆ। ਉਹਨਾਂ ਨੇ ਇਹ ਨਹੀਂ ਲਿਖਿਆ ਸੀ ਕਿ ਸਾਰਾ ਕੁਝ ਸੁਰੱਖਿਅਤ ਹੈ, ਸਾਰਾ ਕੁਝ ਸੇਫ ਹੈ, ਸਾਰਾ ਕੁਝ ਸਹੀ ਹੈ। ਬਿਲਕੁਲ ਗਲਤ ਹੈ। ਉਹਨਾਂ ਨੇ ਇਹ ਕੁਝ ਨਹੀਂ ਸੀ ਲਿਖਿਆ। ਉਹਨਾਂ ਨੇ ਲਿਖਿਆ ਸੀ ਕਿ ਮੇਰੀ ਇਨਕੁਆਇਰੀ ਤੋਂ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਟੈਂਪਰਿੰਗ ਜਿਹੜੀ ਕਿੱਥੇ ਹੋਈ ਹੈ, ਇਸ ਦਾ ਪਤਾ ਲਗਾਉਣਾ ਮੁਸ਼ਕਲ ਹੈ। ਔਰ ਮੈਂ ਆਪਣੀ ਇਨਕੁਆਇਰੀ ਦੇ ਵਿੱਚ ਉਹਨਾਂ 'ਤੇ ਇਸ 'ਤੇ ਕਿੰਤੂ ਪਰੰਤੂ ਕੀਤਾ ਹੈ। ਉਹਨਾਂ ਨੂੰ ਰਾਦਰ ਮੈਂ ਕਿਹਾ ਹੈ ਕਿ ਜੇ ਇਹ ਜਿਹੜੀ ਇਨਕੁਆਇਰੀ ਹੈ ਇਹ ਆਈ ਵਾਸ਼ ਸੀ, ਇਹ ਜੇ ਇਨਕੁਆਇਰੀ ਪ੍ਰੋਪਰ ਹੁੰਦੀ ਤਾਂ ਇਹ ਪਤਾ ਲੱਗ ਸਕਦਾ ਸੀ ਕਿ ਟੈਂਪਰਿੰਗ ਇੱਥੇ ਕਿੱਥੇ ਹੋਈ ਹੈ। ਇਹ ਉਹਨਾਂ ਦੀ ਰਿਪੋਰਟ ਨੂੰ ਮੈਂ ਕੰਸੀਡਰ ਕੀਤਾ, ਤੇ ਕੰਸੀਡਰ ਕਰਕੇ ਉਹਨਾਂ ਦੇ ਖਿਲਾਫ ਕੁਝ ਮੈਂ
ਆਬਜ਼ਰਵੇਸ਼ਨ ਵੀ ਕੀਤੀਆਂ ਨੇ ਆਪਣੀ ਰਿਪੋਰਟ ਦੇ ਵਿੱਚ। ਇਹ ਗਲਤ ਹੈ ਕਿ ਮੈਂ ਉਹਨਾਂ ਦੀ ਰਿਪੋਰਟ ਨੂੰ ਕੰਸੀਡਰ ਨਹੀਂ ਕੀਤਾ। ਜੀ, ਇੱਕ ਹੋਰ ਰਿਪੋਰਟ ਦਾ ਬਿਆਨ ਦਾ ਪਤਾ ਲੱਗਿਆ ਸੀ ਕਿ ਸ਼ਾਇਦ ਇੰਸਪੈਕਟਰ ਪ੍ਰਦੀਪ ਦਾ ਬਿਆਨ ਸੀ ਜੋ ਉਲਟ ਭੁਗਤਦਾ ਹੈਗਾ ਜੋ ਦਾਅਵੇ ਅੱਜ ਕੱਲ੍ਹ ਮੁਲਜ਼ਮ ਚਰਨਜੀਤ ਸ਼ਰਮਾ ਕਰ ਰਹੇ ਨੇ। ਉਹਦੇ ਬਾਰੇ ਕੁਝ ਤੁਸੀਂ ਦੇਣਾ ਚਾਹੋਗੇ ਟਿੱਪਣੀ? ਨਹੀਂ, ਮੈਨੂੰ ਉਹਨਾਂ ਦਾ ਪਤਾ ਨਹੀਂ ਪ੍ਰਦੀਪ ਸਿੰਘ ਨੇ ਕੀ ਬਿਆਨ ਹੁਣ ਦਿੱਤਾ ਹੈ ਆਪਣਾ ਜਿਹੜਾ ਉਹਨਾਂ ਦਾ। ਆਈ ਥਿੰਕ ਹੀ ਹੈਜ਼ ਟਰਨਡ ਅਪਰੂਵਰ। ਉਹਨੇ ਕੋਈ ਸਟੇਟਮੈਂਟ ਰਿਕਾਰਡ ਕੀਤੀ ਹੈ। ਮੈਂ ਮਾਫੀ ਚਾਹੁੰਦਾ ਕਿਉਂਕਿ ਇਹ ਗੱਲ ਜ਼ਰੂਰੀ ਹੈ ਕਿਉਂਕਿ ਅੱਜ ਦੀ ਘਟਨਾ ਹੈ 6 ਸਾਲ ਪਹਿਲਾਂ ਵਾਪਰੀ ਉਸ ਇਨਸੀਡੈਂਟ ਦੀ ਘਟਨਾ ਜਿਸ ਬਾਰੇ ਹੁਣ ਦਾਅਵਾ ਆ ਰਿਹਾ ਹੈ ਕਿ ਸੈਲਫ ਡਿਫੈਂਸ ਚੱਲੀ ਹੈ। ਤੇ ਅਗਰ ਇੱਕ ਬੰਦੇ ਨੇ ਕਿਹਾ ਕਿ ਸੈਲਫ ਡਿਫੈਂਸ ਚੱਲੀ ਹੈ ਜਿਹੜਾ ਉੱਥੇ ਲੀਡ ਕਰ ਰਿਹਾ ਸੀ ਚਰਨਜੀਤ ਸ਼ਰਮਾ, ਪਰ ਆਲੇ ਦੁਆਲੇ ਦੇ 5 7 8 ਬੰਦੇ ਈਵਨ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਉਦੋਂ ਦੇ ਜਿਹੜੇ ਮੇਰੇ ਸੀਨੀਅਰ ਸੀਗੇ ਮਿਸਟਰ ਜੈਨ ਸੀ ਜਾਂ ਹੋਰ ਸੀ ਉਹਨਾਂ ਨੂੰ ਬਿਲਕੁਲ ਬਾਹਰ ਕੱਢ ਦਿੱਤਾ ਗਿਆ। ਸੋ ਉਹ ਇੰਪੋਰਟੈਂਟ ਹੋ ਜਾਂਦੇ ਨੇ ਜੋ ਆਲੇ ਦੁਆਲੇ ਦੇ ਬੰਦਿਆਂ ਨੇ ਉਹਨਾਂ ਨੇ ਸਬਮਿਸ਼ਨਸ ਤੁਹਾਡੇ ਕੋਲ ਕੀਤੀਆਂ ਨੇ ਕਮਿਸ਼ਨ ਆਫ ਇਨਕੁਆਇਰੀ ਕੋਲ ਆ ਕੇ। ਦੇਖੋ ਜੀ, ਪ੍ਰਦੀਪ ਨੂੰ ਅਕਿਊਜ਼ ਕੀਤਾ ਗਿਆ ਹੈ ਮੇਰੀ ਰਿਪੋਰਟ ਦੇ ਵਿੱਚ ਕਿ ਹੀ ਵਾਸ ਦ ਵਨ ਹੂ ਹੈਜ਼ ਫਾਇਰਡ। ਹੋਰ ਵੀ ਕਈਆਂ ਦੇ ਨਾਮ ਲਏ ਗਏ ਨੇ, ਉਹ ਤਾਂ ਚਲੋ ਇਨਵੈਸਟੀਗੇਸ਼ਨ ਹੋਏਗੀ, ਉਹ ਦੇਖਣਗੇ। ਔਰ ਜੇ ਕਹਿੰਦੇ ਨੇ ਕਿ ਬਾਕੀਆਂ ਨੂੰ ਇਗਨੋਰ ਕੀਤਾ ਗਿਆ, ਕਿਸੇ ਨੂੰ ਇਗਨੋਰ ਨਹੀਂ ਕੀਤਾ ਗਿਆ। ਜਿਹੜੀ ਜੋ ਪ੍ਰੈਜ਼ੈਂਸ ਸੀ ਉੱਥੇ ਬਾਈਬਲ ਕਲਾਂ ਦੇ ਵਿੱਚ, ਉਹਨਾਂ ਦੀ ਜੋ ਇੰਡਿਕਟਮੈਂਟ ਬਣਦੀ ਸੀ ਮੇਰੇ ਹਿਸਾਬ ਨਾਲ ਐਵੀਡੈਂਸ ਦੇ ਮੁਤਾਬਿਕ ਉਹਨਾਂ ਨੂੰ ਕੀਤਾ ਗਿਆ। ਜੋ ਰੋਲ ਕੋਟਕਪੂਰੇ 'ਚ ਸੀ ਸਾਰੇ ਅਫਸਰਾਂ ਦਾ, ਉਹਨੂੰ ਵੀ ਉਸੇ ਤਰ੍ਹਾਂ ਇੰਡਿਕਟ ਕੀਤਾ ਗਿਆ। ਈਵਨ ਜੈਨ ਸਾਹਿਬ ਦੇ ਖਿਲਾਫ ਵੀ ਮੈਂ ਇਨਕੁਆਇਰੀ ਦੇ ਵਿੱਚ ਕੁਝ ਲਿਖਿਆ ਹੈ ਔਰ ਅਮਰ ਸਿੰਘ ਚਾਹਲ ਹੋਰਾਂ ਬਾਰੇ ਵੀ ਲਿਖਿਆ। ਹੋਰ ਵੀ SSP ਜਿਹੜੇ ਫਰੀਦਕੋਟ ਸੀ ਉਦੋਂ ਉਹਨਾਂ ਬਾਰੇ ਵੀ ਲਿਖਿਆ। ਕੋਈ ਕਿਸੇ ਨੂੰ ਇਗਨੋਰ ਨਹੀਂ ਕੀਤਾ ਗਿਆ। ਜਿਹੜੀ ਬਾਈਬਲ ਕਲਾਂ ਦੇ ਵਿੱਚ ਜੋ ਕੁਝ ਵੀ ਹੋਇਆ ਹੈ ਨਾ, ਉਹ ਤਾਂ ਇੱਕ ਬਹੁਤ ਹੀ ਮੰਦਭਾਗਾ ਹੈ। ਉਹ ਤਾਂ ਕਿਸੇ ਐਂਗਲ ਤੋਂ ਜਸਟੀਫਿਕੇਸ਼ਨ ਉਹਦੀ ਹੋ ਹੀ ਨਹੀਂ ਸਕਦੀ। ਮੈਂ ਨਹੀਂ ਸਮਝਦਾ ਉੱਥੇ ਨਿਹੱਥੇ ਲੋਕਾਂ ਦੇ ਕੋਲ, ਜਿੱਥੇ ਕੋਈ ਕਿਸੇ ਕੋ ਕੋਈ ਡਾਂਗ ਨਹੀਂ, ਕੋਈ ਸੋਟਾ ਨਹੀਂ, ਕੋਈ ਰੋੜਾ ਨਹੀਂ, ਕੋਈ ਪੱਥਰ ਨਹੀਂ, ਉਹਨਾਂ 'ਤੇ ਜਾ ਕੇ ਗੋਲੀਆਂ ਵਰਾ ਦੇਣੀਆਂ ਔਰ 2 ਬੰਦੇ ਮਾਰ ਦੇਣੇ ਔਰ 5-6 ਦੇ ਕਰੀਬ ਗੋਲੀ ਨਾਲ ਜ਼ਖਮੀ ਹੋਏ ਨੇ ਉੱਥੇ। ਬੇਅੰਤ ਸਿੰਘ ਦੀ ਇੰਨੀ ਬੁਰੀ ਹਾਲਤ ਸੀ ਜਿਹਦਾ ਇਲਾਜ ਕਈ ਮਹੀਨੇ ਕਈ ਸਾਲ ਚੱਲਿਆ। ਲੱਕ ਟੁੱਟ ਗਿਆ ਜੀ। ਹਾਂਜੀ, ਉਹਦਾ ਲੱਕ ਨਹੀਂ ਸੀ ਟੁੱਟਿਆ, ਉਹਦਾ ਸਾਰਾ ਆਂਦਰ ਫਟ ਗਿਆ ਸੀ ਸਾਰਾ। ਹਾਂਜੀ, ਅਜੀਤ ਸਿੰਘ ਜਿਹੜਾ ਕੋਟਕਪੂਰੇ ਜ਼ਖਮੀ ਹੋਇਆ, ਉਹਦਾ ਬਹੁਤ ਬੁਰੀ ਹਾਲਤ ਸੀ। ਜੇ ਉਹਨੂੰ ਟਾਈਮਲੀ ਇਵੈਕੂਏਟ ਲੁਧਿਆਣੇ ਨਾ ਕੀਤਾ ਜਾਂਦਾ ਤਾਂ ਉਹ ਸ਼ਾਇਦ ਮਰ ਜਾਂਦਾ। ਤਾਂ ਇਹ ਤਾਂ ਜਿਹੜੀ ਜਸਟੀਫਿਕੇਸ਼ਨ ਨੇ, ਕਿਸੇ ਨੇ ਗੋਲੀ ਕਦੋਂ ਚਲਾਉਂਦੇ ਸੀ? ਅੱਛਾ, ਮੈਨੂੰ ਇਹ ਦੱਸਣ ਕਿ ਬਾਈਬਲ ਕਲਾਂ ਦੇ ਵਿੱਚ ਗੋਲੀ ਚਲਾਉਣ ਵਾਸਤੇ ਪਰਮਿਸ਼ਨ ਕਿਹਨੇ ਦਿੱਤੀ ਇਹਨਾਂ ਨੂੰ? ਉੱਥੇ ਕਿਸੇ ਸਿਵਲ ਅਥਾਰਟੀ ਦੀ ਪਰਮਿਸ਼ਨ ਨਹੀਂ ਲਈ ਇਹਨਾਂ ਨੇ ਉੱਥੇ। ਪਰ ਚਰਨਜੀਤ ਸ਼ਰਮਾ ਵੀ ਕਿਉਂਕਿ ਘਾਗ ਪੁਲਿਸਮੈਨ ਨੇ, ਥੱਲੇ ਹੇਠਲੇ ਰੈਂਕ ਤੋਂ ਸ਼ੁਰੂ ਹੋਏ ਨੇ, ਉਹਨਾਂ ਨੇ ਇੱਕੋ ਹੀ ਪੈਡ 'ਚ ਜਿਹੜਾ ਹਾਥੀ ਦੀ ਪੈਡ 'ਚ ਸਾਰਾ ਕੁਝ ਨੱਪਣ ਦੀ ਕੋਸ਼ਿਸ਼ ਕੀਤੀ ਹੈ ਕਿ ਸੈਲਫ ਡਿਫੈਂਸ ਚੱਲੀ ਹੈ। ਉੱਥੇ ਤੁਹਾਡੀ ਰਿਪੋਰਟ ਦੇ ਉਹ ਵਰਕੇ ਜਿਨ੍ਹਾਂ 'ਚ ਇੰਨਾ ਵਾਸਟ ਲਿਖਿਆ ਗਿਆ ਹੈ ਕਿ CM ਹਾਊਸ ਵਾਜ ਕੈਪਟ ਇਨ ਦਾ ਲੂਪ ਦੈਟ ਨਾਈਟ, ਜਾਂ ਉਹ ਆਰਡਰ ਕਰ ਰਿਹਾ ਸੀ, ਜਾਂ DGP ਨਾਲ ਸੰਬੰਧ ਸੀ, ਜਾਂ IG ਜਿਹੜੇ ਪਰਮਰਾਜ ਸਿੰਘ ਉਮਰਾ ਨੰਗਲ ਕੋਟਕਪੂਰੇ ਸੀ ਉਹਨਾਂ ਨਾਲ ਸੰਪਰਕ ਸੀ ਫੋਨ 'ਤੇ, ਉਹ ਸਾਰੀਆਂ ਚੀਜ਼ਾਂ ਹੀ ਮਨਫੀ ਹੋ ਜਾਂਦੀਆਂ ਨੇ ਇਹ ਬਿਆਨ ਨਾਲ ਕਿ ਸੈਲਫ ਡਿਫੈਂਸ ਚੱਲੀ ਹੈ। ਸੈਲਫ ਡਿਫੈਂਸ ਮੈਨੂੰ ਨਹੀਂ ਨਜ਼ਰ ਆਉਂਦਾ ਸੈਲਫ ਡਿਫੈਂਸ ਕਿਸ ਤਰ੍ਹਾਂ ਬਣਦੀ ਹੈ। ਸੈਲਫ ਡਿਫੈਂਸ 'ਚ ਇਹਨਾਂ ਨੇ ਜਿਹੜੀ ਸੈਲਫ ਡਿਫੈਂਸ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਹੜੇ ਜੀਪ ਦੇ ਵਿੱਚ ਛर्रे ਮਾਰ ਕੇ, ਉਹ ਤਾਂ ਇਹਨਾਂ ਦੀ ਡਿਸਬਲੀਵ ਹੋ ਗਈ ਹੈ। ਅੱਛਾ, ਤੁਸੀਂ ਇਹ ਦੇਖੋ ਨਾ ਕਿ ਪੁਲਿਸ ਦੀ ਜਿਹੜੀ ਵਹੀਕਲ ਸੀ ਜਿਹਦੇ ਛर्रे ਇਹਨਾਂ ਨੇ ਸ਼ੋਅ ਕੀਤੇ ਨੇ, ਉਹ ਤਾਂ ਮੇਨ ਰੋਡ 'ਤੇ ਖੜੀ ਸੀ। ਜੇ ਕਿਸੇ ਨੇ ਉਹ 'ਤੇ ਗੋਲੀ ਮਾਰਨੀ ਤਾਂ ਉਹਨਾਂ ਨੂੰ ਪਹਿਲਾਂ ਪੁਲਿਸ ਵਾਲਿਆਂ ਨੂੰ ਵੱਜਣੀ ਚਾਹੀਦੀ ਸੀ, ਫਿਰ ਬਿਫੋਰ ਜੀਪ ਨੂੰ ਵੱਜਦੀ। ਮੇਰਾ ਇਹ ਲਿਖਿਆ ਗਿਆ ਹੈ ਕਮਿਸ਼ਨ ਦੀ ਰਿਪੋਰਟ ਦੇ ਵਿੱਚ। ਇਹਨਾਂ ਨੂੰ ਪੁੱਛਿਆ ਗਿਆ ਸੀ ਕਿ ਪੁਲਿਸ ਕਿੱਥੇ ਖੜੀ ਸੀ ਅਤੇ ਜੀਪ ਕਿੱਥੇ ਖੜੀ ਸੀ। ਉਸ ਲੋਕੇਸ਼ਨ ਦੇ ਮੁਤਾਬਿਕ ਛर्रे ਪੁਲਿਸ ਜੀਪ 'ਚ ਵੱਜਣ ਵਾਸਤੇ ਪਹਿਲਾਂ ਪੁਲਿਸ ਨੂੰ ਵੱਜਦੇ ਤਾਂ ਹੀ ਅੱਗੇ ਜਾ ਕੇ ਵੱਜ ਸਕਦੇ ਸੀ ਜੇ ਕਿਤੇ ਕੋਈ ਕਾਰਨ ਹੁੰਦਾ। ਇਹ ਤਾਂ ਸਾਰੀਆਂ ਮਨਘੜਤ ਕਹਾਣੀਆਂ ਨੇ ਜੀ। ਜਿਹੜਾ ਐਵੀਡੈਂਸ ਆਈ ਹੋਈ ਹੈ ਉੱਥੇ ਓਵਰਵੈਲਮਿੰਗਲੀ ਐਵੀਡੈਂਸ ਹੈ ਉੱਥੇ ਜੋ ਇਹਨਾਂ ਨੇ ਕੀਤਾ। ਉਸ ਤੋਂ ਚਰਨਜੀਤ ਸ਼ਰਮਾ ਦੇ ਆਉਣ ਤੋਂ ਪਹਿਲਾਂ ਤਾਂ ਉੱਥੇ ਬਿਲਕੁਲ ਸ਼ਾਂਤਮਈ ਗੱਲ ਸੀ। ਲੋਕ ਪੁਲਿਸ ਵੀ ਲੰਗਰ ਛਕ ਰਹੀ ਸੀ, ਕੋਈ ਗੱਲ ਹੀ ਨਹੀਂ ਸੀ, ਕੋਈ ਉੱਥੇ ਤਣਾਅ ਦਾ ਮਾਹੌਲ ਹੀ ਨਹੀਂ ਸੀ ਹੈਗਾ। ਅਤੇ ਇਹਨਾਂ ਦੇ ਜਾਣ ਤੋਂ ਕੋਈ 1-2 ਮਿੰਟ ਬਾਅਦ ਵਿੱਚ ਇਹ ਸਭ ਕੁਝ ਹੋ ਗਿਆ, ਗੋਲੀ ਚੱਲ ਗਈ ਐਂਡ ਦੈਨ ਸਾਰੀ ਪੁਲਿਸ ਉੱਥੋਂ ਭੱਜ ਗਈ ਲਾਈਕ ਕੋਵਰਡਸ। ਇਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਬਹੁਤ ਦੇਰ ਤੱਕ ਕਿ ਉੱਥੇ 2 ਬੰਦਿਆਂ ਦੀ ਮੌਤ ਹੋ ਗਈ ਹੈ। ਇਹ ਤਾਂ ਜਸਟੀਫਿਕੇਸ਼ਨ ਜਾ ਕੇ ਪੁਲਿਸ ਉੱਤੇ ਪ੍ਰੈਸ ਕਾਨਫਰੰਸ ਕਰਦੀ ਰਹੀ ਹੈ ਜਿਹਦੇ 'ਚ ਉਮਰਾ ਨੰਗਲ ਹੋਰੀ ਬੋਲੇ ਨੇ। ਇਹਨਾਂ ਨੂੰ ਜਦੋਂ ਪਤਾ ਲੱਗਿਆ ਉਦੋਂ ਇਹਨਾਂ ਨੇ ਝੂਠੀਆਂ ਕਹਾਣੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਨੇ। ਫਿਰ ਮੇਰੇ ਹਿਸਾਬ ਨਾਲ ਇਹ ਸਭ ਇੱਕ ਮਨਘੜਤ ਕਹਾਣੀਆਂ ਨੇ। ਸੈਲਫ ਡਿਫੈਂਸ 'ਚ ਗੋਲੀ ਚੱਲੀ ਹੈ ਕਿ ਨਹੀਂ ਚੱਲੀ ਹੈ ਤਾਂ ਖੈਰ ਜਾਂਚ ਦਾ ਵਿਸ਼ਾ ਹੈ, ਜਾਂ ਉਹ ਕਹਿ ਰਹੇ ਨੇ ਸਾਡਾ ਪੋਲੀਗ੍ਰਾਫੀ ਟੈਸਟ ਕਰ ਲਓ, ਝੂਠ ਬੋਲਣ ਵਾਲਾ ਟੈਸਟ ਕਰ ਲਓ, ਉਸ ਟੈਸਟ ਦਾ ਵਿਸ਼ਾ ਹੋ ਸਕਦਾ ਹੈ। ਪਰ ਜੋ ਇਹ ਸਾਰਾ ਕੁਝ ਹੈ ਸੈਲਫ ਡਿਫੈਂਸ ਦੇ ਵਿੱਚ ਕਹਾਣੀਆਂ ਜ਼ਰੂਰ ਘੜੀਆਂ ਗਈਆਂ ਜੋ ਤੁਸੀਂ ਇਸ਼ਾਰਾ ਕਰ ਰਹੇ ਹੋ।
ਬਿਲਕੁਲ ਕੋਈ ਨਾ ਸੈਲਫ ਕਿਉਂਕਿ ਸੈਲਫ ਡਿਫੈਂਸ 'ਚ ਸਟੋਰੀਜ਼ ਜਿਹੜੀਆਂ ਹੈਗੀਆਂ ਫੈਬਰੀਕੇਟਡ ਸਟੋਰੀਜ਼ ਜਿਹੜੀਆਂ ਆਈਆਂ ਨੇ, ਜਿਹੜੀਆਂ ਅੱਜ ਚੱਲੀਆਂ ਨੇ। ਅੱਛਾ ਮੈਨੂੰ ਤੁਸੀਂ ਇਹ ਦੱਸੋ, ਸੈਲਫ ਡਿਫੈਂਸ ਵੀ ਜੇ ਬਾਨੀ ਸੀ ਤੇ ਜੇ ਬੰਦੇ ਕੋਈ ਤੁਹਾਨੂੰ ਕੋਈ ਬੰਦੂਕਾਂ ਨਾ ਮਾਰ ਰਹੇ ਸੀ ਤੁਹਾਨੂੰ, ਜਾਂ ਕਿ ਤੁਸੀਂ ਗੋਲੀਆਂ ਚਲਾਈਆਂ, ਸੈਲਫ ਡਿਫੈਂਸ ਵੀ ਜਿਹੜੀ ਹੁੰਦੀ ਹੈ ਉਹ ਸੈਲਫ ਡਿਫੈਂਸ ਵੀ ਕਿਸੇ ਲਿਮਿਟ ਤੱਕ ਹੁੰਦੀ ਹੈ। ਸੈਲਫ ਡਿਫੈਂਸ ਤੁਸੀਂ ਐਕਸੀਡ ਕਰਦੇ ਹੋ ਤਾਂ ਵੀ ਉਹ ਮਰਡਰ ਹੁੰਦਾ, ਪਰ ਸੈਲਫ ਡਿਫੈਂਸ ਦੇ ਇੱਥੇ ਕੁਐਸਚਨ ਡਜ਼ਨਟ ਰਾਈਜ਼। ਉਹ ਤਾਂ ਨਿਹੱਥੇ ਲੋਕ ਬੈਠੇ ਸੀ, ਅੱਗੇ ਲੇਡੀਜ਼ ਬੈਠੀਆਂ ਸੀ, ਪਿੱਛੇ ਬੰਦੇ ਸੀਗੇ ਸਾਰੇ, ਜਦੋਂ ਇਹਨਾਂ ਨੇ ਜਾ ਕੇ ਪੁਲਿਸ ਨੇ ਉਹਨਾਂ ਨੂੰ ਅਟੈਕ ਕੀਤਾ। ਵੇਅਰ ਇਜ਼ ਦ ਕੁਐਸਚਨ ਆਫ ਸੈਲਫ ਡਿਫੈਂਸ? ਕੋਈ ਸੈਲਫ ਡਿਫੈਂਸ ਦੀ ਨਾ ਪੁੱਟ ਕੀਤੀ ਗਈ ਮੇਰੇ ਕੋਲ, ਮੇਰੇ ਕਮਿਸ਼ਨ ਦੇ ਕੋਲ, ਨਾ ਮੈਂ ਦੇਖੀ ਪਹਿਲੇ ਕਮਿਸ਼ਨ ਦੇ ਕੋਲ, ਨਾ ਹੀ ਇਹ ਮੇਰਾ ਖਿਆਲ, ਮੈਨੂੰ ਇਨਵੈਸਟੀਗੇਸ਼ਨ ਦਾ ਪਤਾ ਨਹੀਂ ਕਿ ਇਹ ਡਿਫੈਂਸ ਲਈ ਗਈ ਹੈ ਕਿ ਨਹੀਂ ਲਈ ਗਈ ਹੈ, ਬਟ ਇਹ ਮੇਰੇ ਵਿਚਾਰ ਨਾਲ ਸੈਲਫ ਡਿਫੈਂਸ ਵਾਲੀ ਕਿ ਇੱਕ ਮਨ ਘੜਤ ਕਹਾਣੀ ਹੈ। ਇਨਫੈਕਟ ਮੇਰੇ ਕੋਲ ਸਪੈਸੀਫਿਕਲੀ ਉਹਨਾਂ ਨੇ ਐਫੀਡੇਵਿਟ 'ਚ ਕਿਹਾ ਸੀ, ਚਰਨਜੀਤ ਸ਼ਰਮਾ ਨੇ, ਕਿ ਉੱਥੇ ਕੋਈ ਕਮਾਂਡ ਐਂਡ ਕੰਟਰੋਲ ਨਹੀਂ ਸੀ, ਕਿਸੇ ਨੂੰ ਕੋਈ ਪਤਾ ਨਹੀਂ ਸੀ ਕੌਣ ਕਿਹਦੇ ਥੱਲੇ ਹੈ, ਕੌਣ ਚੱਲ ਰਿਹਾ ਹੈ। ਮੈਂ ਬੜਾ ਮੁਸ਼ਕਿਲ ਨਾਲ ਭੱਜ ਕੇ ਆਪਣਾ ਉਹਦੇ 'ਚ ਵਹੀਕਲ 'ਚ ਚੜ੍ਹ ਕੇ ਚੱਲਿਆ। ਪਰ ਇਹ ਗੱਲਾਂ ਸਾਰੀਆਂ ਜਿਹੜੀਆਂ ਝੂਠੀਆਂ ਸਾਬਤ ਹੋਈਆਂ ਸੀਗੀਆਂ। ਉੱਥੇ ਬਹੁਤ ਲੋਕਾਂ ਨੇ ਜਾ ਕੇ ਜਿਹੜੀ ਐਵੀਡੈਂਸ ਦਿੱਤੀ ਹੈ ਉਹ ਗੁਰਦੁਆਰੇ ਵਿੱਚ ਬਹਿ ਕੇ ਦਿੱਤੀ ਹੈ, ਔਰ ਉਹਨਾਂ ਨੇ ਸਾਰਿਆਂ ਨੇ ਇਹ ਕਿਹਾ ਸੀ ਕਿ ਅਸੀਂ ਗੁਰਦੁਆਰੇ ਵਿੱਚ ਬਹਿ ਕੇ ਬਿਆਨ ਦੇ ਰਹੇ ਹਾਂ। ਅਸੀਂ ਕੋਈ ਵੀ, ਜੇ ਫਰਜ਼ ਕਰੋ ਉਹਨਾਂ ਨੇ ਝੂਠ ਬੋਲਣਾ ਹੁੰਦਾ ਤਾਂ ਉਹ ਸਾਰੇ ਨਾਮ ਹੀ ਲੈ ਸਕਦੇ ਸੀ, ਗੋਲੀਆਂ ਕਿੰਨਾਂ ਨੇ ਚਲਾਈਆਂ। ਉਹਨਾਂ ਨੇ ਸਿਵਾਏ ਇੱਕ ਬੰਦੇ ਤੋਂ ਕਿਸੇ ਨੇ ਹੋਰ ਨਾਮ ਨਹੀਂ ਲਿਆ ਕਿ ਕੌਣ ਸੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ। ਤਾਂ ਉਹਨਾਂ ਦੇ ਬੇਸਿਸ ਦੇ ਉੱਤੇ ਹੀ ਜਿਹੜਾ ਉਹ ਬਿਆਨ ਸੀ, ਐਫੀਡੇਵਿਟ ਦੇ ਬੇਸਿਸ ਦੇ ਉੱਤੇ ਹੀ ਉਹਨਾਂ 4 ਬੰਦਿਆਂ ਨੂੰ ਇੰਡਿਕਟ ਕੀਤਾ ਗਿਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੀ। ਜੀ, ਇੱਕ ਹੋਰ ਵੈਸੇ ਸਵਾਲ ਜਿਹੜਾ ਹੈਗਾ ਉਹਦਾ ਸਬੰਧ ਤੁਹਾਡੇ ਨਾਲ ਇੱਦਾਂ ਸਿੱਧਾ ਤਾਂ ਨਹੀਂ ਜੁੜਦਾ ਹੈਗਾ, ਤੁਹਾਨੂੰ ਨਾ ਹੀ ਪੁੱਛਣ ਦਾ ਕੋਈ ਕਾਰਨ ਬਣਦਾ ਹੈ, ਪਰ ਉਹ ਇੰਪੋਰਟੈਂਟ ਇਸ ਕਰਕੇ ਹੋ ਜਾਂਦਾ ਕਿਉਂਕਿ ਮਾਮਲਾ ਬੜਾ ਸੰਵੇਦਨਸ਼ੀਲ ਹੈ। ਕਮਿਸ਼ਨ ਆਫ ਇਨਕੁਆਇਰੀ ਨੇ ਆਪਣੀ ਰਿਪੋਰਟ ਕਦੋਂ ਦੀ ਦੇ ਦਿੱਤੀ ਹੈ ਤੇ ਸਰਕਾਰ ਉੱਤੇ ਐਕਸ਼ਨ ਲੈਣ ਲੱਗੀ ਹੋਈ ਹੈ ਤੇ ਅਗਲਾ ਕੰਮ ਸਰਕਾਰ ਦਾ ਤੇ ਅਦਾਲਤ ਦਾ ਹੈ। ਚਰਨਜੀਤ ਸ਼ਰਮਾ ਬੜੇ ਦਾਅਵੇ ਨਾਲ ਕਹਿ ਰਹੇ ਨੇ ਕਿ ਕਿਉਂਕਿ ਉਹਨਾਂ ਦੇ ਨਾਮ ਨਾਲ ਸ਼ਰਮਾ ਲੱਗਾ ਹੋਇਆ ਹੈ, ਉਹ ਇੱਕ ਹਿੰਦੂ ਨੇ, ਇਸ ਕਰਕੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਤੇ ਉਹਨਾਂ ਨੂੰ ਇਸ ਕਰਕੇ ਖਲਨਾਇਕ ਦੇ ਤੌਰ ਦੇ ਉੱਤੇ ਇਕੱਲੇ ਕਾਰੇ ਨੂੰ ਜਿਹੜਾ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਬਾਕੀਆਂ ਬਹੁਤ ਸਾਰੇ ਲੋਕਾਂ ਨੂੰ ਛੱਡਿਆ ਗਿਆ ਹੈ। ਇਹ ਬਹੁਤ ਮੰਦਭਾਗੀ ਗੱਲ ਹੈ। ਇੱਕ ਇਹੋ ਜਿਹਾ ਇੱਕ ਡਿਫੈਂਸ ਜਾਂ ਇਹੋ ਜਿਹਾ ਆਪਣੇ ਬਿਆਨ ਦੇਣਾ, ਇਹ ਇੱਕ ਉਹਨਾਂ ਦੀ ਇੱਕ ਸੋਚ 'ਤੇ ਮਤਲਬ ਰਿਫਲੈਕਟ ਕਰਦਾ ਹੈ ਕਿ ਉਹਨਾਂ ਦੀ ਸੋਚ ਕਿੱਦਾਂ ਦੀ ਹੋ ਸਕਦੀ ਹੈ। ਚਰਨਜੀਤ ਸਿੰਘ ਸ਼ਰਮਾ ਆਪਣੇ ਆਪ ਨੂੰ ਲਿਖਦੇ ਸੀ, ਉਹ ਪਗੜੀ ਬੰਨ੍ਹਦੇ ਸੀ। ਜਦੋਂ ਮੇਰੇ ਕੋਲ ਪੇਸ਼ ਹੋਏ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਉਹ ਸਿੱਖ ਨੇ ਕਿ ਹਿੰਦੂ ਨੇ। ਹਾਂਜੀ, ਉਹਨਾਂ ਨੇ ਇਨਫੈਕਟ ਮੇਰੇ ਕੋਲ ਜਦੋਂ ਬਿਆਨ ਦੇ ਰਹੇ ਸੀ, ਉਹਨਾਂ ਨੇ ਇੱਕ ਬਿਆਨ ਕੀਤਾ, ਜੀ ਮੈਂ ਪਹਿਲਾਂ ਚਰਨਜੀਤ ਸਿੰਘ ਸ਼ਰਮਾ ਸੀ, ਹੁਣ ਮੈਨੂੰ ਚਰਨਜੀਤ ਸ਼ਰਮਾ ਕਹਿਣ ਲੱਗ ਪਏ ਲੋਕੀ। ਇਹ ਤਾਂ ਲੋਕੀ ਕਹਿੰਦੇ ਨੇ ਨਾ, ਕੋਈ ਕਮਿਸ਼ਨ ਦਾ ਤਾਂ ਇਹਦੇ 'ਚ ਕੋਈ ਤਾਲੁਕ ਨਹੀਂ ਸੀਗਾ। ਉਹ ਬਿਲਕੁਲ ਆਪਣਾ ਸਿੱਖ ਸੱਜੇ ਹੋਏ ਸੀ। ਉਹਨਾਂ ਨੇ ਪਗੜੀ ਬੰਨ੍ਹ ਕੇ ਮੇਰੇ ਕੋਲ ਜਦੋਂ ਪੇਸ਼ ਹੋਏ ਆ, ਮੈਂ ਉਹਨਾਂ ਨੂੰ ਕਦੀ ਹੋਰ ਕਿਸੇ ਰੂਪ 'ਚ ਦੇਖਿਆ ਹੀ ਨਹੀਂ ਹੈ। ਅਤੇ ਇਹੋ ਜਿਹੀ ਇੱਕ ਐਲੀਗੇਸ਼ਨ ਲਾਉਣਾ ਜਿਹੜਾ ਨਾ, ਇਹ ਬਹੁਤ ਮੰਦਭਾਗੀ ਗੱਲ ਹੈ ਇੱਕ ਐਸੇ ਅਫਸਰ ਵਾਸਤੇ ਜੋ ਇੱਕ ਸੀਨੀਅਰ ਸੁਪਰਡੈਂਟ ਆਫ ਪੁਲਿਸ ਰਿਹਾ ਹੋਵੇ। ਅੱਛਾ, ਉਹ ਤਾਂ ਬੜੇ ਦਾਅਵੇ ਉਹਨਾਂ ਨੇ ਕੀਤੇ ਸੀ ਕਿ ਜੀ ਉਹਨਾਂ ਨੇ ਬੜਾ ਪਛੋਤਾਪ ਦਾ ਪਾਠ ਕਰਾਇਆ ਸੀਗਾ ਜਦੋਂ ਗੁਰੂ ਮਹਾਰਾਜ ਸਾਹਿਬ ਦਾ ਸਰੂਪ ਚੋਰੀ ਹੋਇਆ। ਅੱਜ ਉਹ ਕਿਸ ਤਰ੍ਹਾਂ ਦੀ ਗੱਲ ਕਰ ਰਹੇ ਨੇ, ਮੈਨੂੰ ਮੈਂ ਇਹ ਸਮਝਦਾ ਕਿ ਇਹ ਇੱਕ ਮੇਰੇ ਵਾਸਤੇ ਇਹ ਇੱਕ ਵਿਸ਼ਾ ਐਸਾ ਹੈ ਕਿ ਜਿਹਦੇ 'ਚ ਮੈਂ ਆਈ ਡਿਟੈਸਟ ਟੂ ਰਿਪਲਾਈ ਦਿਸ ਸੱਚ ਸੌਰਟ ਆਫ ਕੁਐਸਚਨ। ਜੀ, ਜਸਟਿਸ ਰਣਜੀਤ ਸਿੰਘ ਜੀ, ਤੁਹਾਡੇ ਤੋਂ ਮੈਂ ਆਖਰੀ ਸਵਾਲ ਵੱਲ ਜਾਣਾ ਚਾਹਾਂਗਾ ਕਿ ਤੁਸੀਂ ਜਿਹੜੀ ਹੈਗੀ ਹੈ ਜਾਂਚ ਕੀਤੀ ਹੈ, ਲੰਮੀ ਚੌੜੀ ਰਿਪੋਰਟ ਤਿਆਰ ਕੀਤੀ ਹੈ, ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਕਿ ਪੰਜਾਬ ਦੀ ਬਹੁਤ ਸਾਰੀ ਜਨਤਾ ਜਾਂ ਨਾਨਕ ਨਾਮ ਲੇਵਾ ਸੰਗਤ ਜਾਂ ਗੁਰੂ ਗ੍ਰੰਥ ਸਾਹਿਬ ਵਿੱਚ ਆਸਥਾ ਰੱਖਣ ਵਾਲੇ ਲੋਕ, ਸੰਵੇਦਨਸ਼ੀਲ ਲੋਕ ਇਹ ਮਹਿਸੂਸ ਕਰਨ ਲੱਗ ਪਏ ਨੇ ਕਿ ਇਹ ਇਨਸਾਫ ਦਿਵਾਉਣਾ ਸਰਕਾਰ ਦੇ ਵੱਸ 'ਚ ਨਹੀਂ, ਜਾਂ ਸਰਕਾਰ ਦੀ ਇੱਛਾ ਜਿਹੜੀ ਹੈਗੀ ਹੈ ਹੀ ਨਹੀਂ ਇਹ ਇਨਸਾਫ ਦਿਵਾਉਣ ਦੀ ਜਾਂ ਦੇਣ ਦੀ, ਨਾ ਹੀ ਅਦਾਲਤਾਂ ਇਸ ਪਾਸੇ ਵੱਲ ਕੋਈ ਅਗਰਸਰ ਹੋ ਰਹੀਆਂ ਨੇ। ਤੁਸੀਂ ਕਿਉਂਕਿ ਰਿਪੋਰਟ ਏਡੀ ਤਿਆਰ ਕੀਤੀ ਹੈ, ਸਾਰੀ ਆਪਾਂ ਨਿਚੋੜ ਪਿਛਲੇ 5, 10, 15 ਮਿੰਟ ਦੇ ਵਿੱਚ ਅਸੀਂ ਕੱਢਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਕੋਲ ਕਿਸ ਕਿਸ ਤਰ੍ਹਾਂ ਦੇ ਬਿਆਨ ਆਏ ਸੀ, ਕਿਸ ਕਿਸ ਤਰ੍ਹਾਂ ਦਾ ਐਵੀਡੈਂਸ ਸੀ। ਤੁਹਾਨੂੰ ਕੀ ਲੱਗਦਾ ਹੈ ਕਿ ਇਨਸਾਫ ਹੋਣਾ ਸੰਭਵ ਹੈ? ਪਹਿਲੀ ਗੱਲ ਭਾਵੇਂ ਅਦਾਲਤ ਦੇ ਪੱਧਰ 'ਤੇ, ਭਾਵੇਂ ਸਰਕਾਰ ਜੇ ਚਾਹੇ ਤਾਂ ਕਿਸੇ ਨੂੰ ਫੜਨਾ ਹੈ ਤਾਂ ਫੜ ਕੇ ਅੰਦਰ ਦੇ ਸਕਦੀ ਹੈ, ਜਾਂ ਲੱਗਦਾ ਹੈ ਕਿ ਇਹ ਰਾਜਨੀਤੀ ਦਾ ਜਿਹੜਾ ਹੈਗਾ ਇੱਕ ਵਿਸ਼ਾ ਬਣ ਜਾਏਗਾ, ਰਾਜਨੀਤਿਕ ਰੋਟੀਆਂ ਸੇਕਣ ਦਾ ਵਿਸ਼ਾ ਬਣ ਜਾਏਗਾ ਕਿਉਂਕਿ ਚੋਣਾਂ ਫਿਰ ਨੇੜੇ ਆ ਰਹੀਆਂ ਨੇ, ਮੁੱਖ ਮੰਤਰੀ ਦੀ ਕੁਰਸੀ ਤੱਕ ਚਲੀ ਗਈ ਹੈ, ਜਿਸ ਸਭ ਤੋਂ ਵੱਡਾ ਮੁੱਦਾ ਇਹੀ ਰਿਹਾ ਹੈ। ਇਹੀ ਨਵਜੋਤ ਸਿੰਘ ਸਿੱਧੂ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ, ਜਿਹੜੇ ਤੁਹਾਡੀ ਰਿਪੋਰਟ ਪੇਸ਼ ਹੋਣ 'ਤੇ, ਟੇਬਲ ਹੋਣ 'ਤੇ ਵਿਧਾਨ ਸਭਾ 'ਚ ਆਪਣਾ ਪੱਲਾ ਅੱਡ ਕੇ ਖੜ੍ਹ ਗਏ ਸੀ ਮੁੱਖ ਮੰਤਰੀ ਉਦੋਂ ਦੇ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ। ਇਹੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਿਹੜੇ, ਤੇ ਤ੍ਰਿਪਤਰਜਿੰਦਰ ਸਿੰਘ ਬਾਜਵਾ ਨੇ, ਤੇ ਹੋਰ ਉਹਨਾਂ ਦੇ ਸਾਥੀ ਨੇ ਜਿਹੜੇ ਉੱਥੇ ਜਾ ਕੇ ਮੋਰਚਾ ਚੁਕਾਉਂਦੇ ਰਹੇ ਨੇ, ਤੇ ਜਾ ਕੇ ਹੁਣ ਅਕਾਲ ਤਖਤ ਸਾਹਿਬ ਦੇ ਉੱਤੇ ਮੁਤਵਾਜੀ ਜਥੇਦਾਰ ਦੇ ਅੱਗੇ ਵੀ ਪੇਸ਼ ਹੋ ਕੇ ਆਏ ਨੇ
ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਸਰਕਾਰ ਵੀ ਬਦਲ ਗਈ, ਕੁਰਸੀ ਵੀ ਬਦਲ ਗਈ, ਤਾਂ ਵੀ ਮੈਨੂੰ ਨਹੀਂ ਲੱਗਦਾ ਕਿ ਇਸ ਮੁੱਖ ਮੰਤਰੀ ਨੇ ਸ਼ਾਇਦ 1 ਜਾਂ 2 ਲਾਈਨ ਤੋਂ ਇਲਾਵਾ ਹੁਣ ਤੱਕ ਇਸ ਵਿਸ਼ੇ 'ਤੇ ਕੋਈ ਬੋਲਿਆ ਹੋਵੇ। ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਵੀ ਮਸਾਂ ਹੀ ਇੱਕਾ ਦੁੱਕਾ ਆਨੇ ਬਹਾਨੇ ਜੀ ਸਟੇਟਮੈਂਟ ਦਿੱਤੀ ਹੈ, ਅਦਰਵਾਈਜ਼ ਇੱਛਾ ਨਹੀਂ ਲੱਗ ਰਹੀ ਹੈਗੀ ਕਿ ਕਿਸੇ ਦੀ ਕਿ ਕੋਈ ਇਨਸਾਫ ਵੱਲ ਚੱਲੇ। ਤੇ ਜਿਹੜੇ ਡੀਜੀਪੀ ਨੇ ਉਹਨਾਂ ਨੇ ਸਭ ਤੋਂ ਪਹਿਲੀ ਜਿਹੜੀ ਹੈਗੀ ਹੈ ਇਸ ਮਾਮਲੇ 'ਚ ਇਨਕੁਆਇਰੀ ਵੀ ਕੀਤੀ ਸੀ, ਤੇ ਜਿਹੜੇ ਐਡਵੋਕੇਟ ਜਨਰਲ ਨੇ ਉਹਨਾਂ ਦੇ ਉੱਤੇ ਵੀ ਦਾਗ ਲੱਗੇ ਹੋਏ ਨੇ। ਇਸ ਸਾਰੀ ਬੈਕਡ੍ਰੌਪ ਦੇ ਵਿੱਚ ਲੱਗਦਾ ਹੈ ਕਿ ਬੀਇੰਗ ਇੱਕ ਸਾਬਕਾ ਜੱਜ, ਕਾਨੂੰਨ ਦੇ ਜਾਣਕਾਰ ਹੋਣ ਦੇ ਨਾਤੇ, ਤੇ ਇੱਕ ਪੰਜਾਬੀ ਤੇ ਉਸ ਤੋਂ ਵੀ ਪਹਿਲਾਂ ਇੱਕ ਸਿੱਖ ਹੋਣ ਦੇ ਨਾਤੇ, ਇਨਸਾਨ ਹੋਣ ਦੇ ਨਾਤੇ ਮਹਿਸੂਸ ਕਰਦੇ ਹੋ ਕਿ ਇਨਸਾਫ ਸੰਭਵ ਹੈ, ਜਾਂ ਫਿਰ ਇਹ ਵੀ SVL ਜਾਂ 84 ਦਾ ਕੇਸ ਜਾਂ ਕਤਲੇਆਮ ਜਾਂ ਹੋਰ ਚੀਜ਼ਾਂ ਉਹਨਾਂ ਵਾਂਗੂ ਹੀ ਇੱਕ ਇਤਿਹਾਸ ਦਾ ਕਾਲਾ ਵਰਕਾ ਬਣ ਕੇ ਰਹਿ ਜਾਏਗਾ? ਸਵਾਲ ਥੋੜਾ ਲੰਬਾ ਹੋ ਗਿਆ ਕਿਉਂਕਿ ਪੁੱਛਣਾ ਸਮੇਟਣਾ ਸਾਰਾ ਕੁਝ ਜ਼ਰੂਰੀ ਲੱਗ ਰਿਹਾ ਮੈਨੂੰ। ਜੀ ਗੱਲ ਇਸ ਤਰ੍ਹਾਂ, ਕੋਈ ਵੀ ਐਸਾ ਕੇਸ ਨਹੀਂ ਹੁੰਦਾ ਜਿਹਦੇ 'ਚ ਇਨਸਾਫ ਦੇਣਾ ਜਿਹੜਾ ਉਹਦੇ 'ਚ ਕੋਈ ਮੁਸ਼ਕਲ ਹੋਵੇ। ਪ੍ਰੋਵਾਈਡਡ ਇਹ ਹੈ ਕਿ ਜਿਹੜੀ ਇਨਸਾਫ ਪ੍ਰਣਾਲੀ ਹੈ, ਚਾਹੇ ਉਹ ਇਨਵੈਸਟੀਗੇਟਿੰਗ ਏਜੰਸੀ ਹੈ, ਚਾਹੇ ਉਹ ਐਗਜ਼ੈਕਟਿਵ ਹੈ, ਚਾਹੇ ਉਹ ਜੁਡੀਸ਼ਰੀ ਹੈ, ਉਹਨਾਂ ਦਾ ਇਨਸਾਫ ਦਿਵਾਉਣ ਦਾ ਜਾਂ ਇਨਸਾਫ ਕਰਨ ਦਾ ਮਾਦਾ ਹੋਣਾ ਚਾਹੀਦਾ, ਉਹਨਾਂ ਦੀ ਸਪਿਰਿਟ ਹੋਣੀ ਚਾਹੀਦੀ ਹੈ ਉਸ ਗੱਲ ਬਾਰੇ। ਮੈਂ ਗੌਰਮੈਂਟ ਬਦਲ ਗਈ ਜਾਂ ਨਹੀਂ ਬਦਲ ਗਈ, ਕਿਸ ਕਾਰਨ ਬਦਲੀ ਜਾਂ ਕਿਉਂ ਬਦਲੀ, ਮੈਂ ਉਹਦੇ ਬਾਰੇ 'ਚ ਕੁਝ ਨਹੀਂ ਕਹਿਣਾ ਚਾਹੁੰਦਾ। ਜਿਹੜਾ ਹੁਣ ਇਸ ਵੇਲੇ ਐਗਜ਼ੈਕਟਿਵ ਦੇ ਹੈੱਡ ਨੇ, ਗੌਰਮੈਂਟ ਦੇ ਹੈੱਡ ਨੇ, ਉਹ ਉਹਨਾਂ ਨੇ ਦੇਖਣਾ ਹੈ ਕਿ ਉਹਨਾਂ ਨੇ ਅੱਗੇ ਕਿਸ ਤਰ੍ਹਾਂ ਚੱਲਣਾ ਹੈ ਅਤੇ ਕਿਸ ਤਰ੍ਹਾਂ ਉਹਨਾਂ ਨੇ ਲੋਕਾਂ ਨੂੰ ਇਨਸਾਫ ਦਿਵਾਉਣਾ। ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਇਸ ਇੱਕ ਐਸਾ ਮਾਮਲਾ ਜਿਹਨੇ ਪੰਜਾਬ ਨੂੰ ਬਿਲਕੁਲ ਤਹਿਸ ਨਹਿਸ ਕਰ ਦਿੱਤਾ, ਜਿਹੜਾ ਸਾਰਾ ਰਿਲੀਜੀਅਸ ਸੈਂਟੀਮੈਂਟ ਸਾਰੇ ਪੰਜਾਬ ਦੇ ਹਰਟ ਹੋਏ, ਸਾਰੇ ਸਿੱਖ ਕੌਮ ਦੇ ਹਰਟ ਹੋਏ, ਤੋ ਇਨਸਾਫ ਦਿਵਾਉਣ ਦਾ ਫਰਜ਼ ਜਿਹੜਾ ਨਾ ਸਾਰੀ ਆਰਗੇਨਾਈਜੇਸ਼ਨ ਦਾ ਬਣਦਾ ਹੈ, ਵੀ ਐਗਜ਼ੈਕਟਿਵ ਹੋਵੇ, ਜੁਡੀਸ਼ਰੀ ਹੋਵੇ ਜਾਂ ਇਨਵੈਸਟੀਗੇਟਿੰਗ ਏਜੰਸੀ ਹੋਵੇ। ਇਨਕੁਆਇਰੀ ਕਮਿਸ਼ਨ ਨੇ ਆਪਣੇ ਤੱਤ ਕੱਢ ਕੇ ਦੇ ਦਿੱਤੇ, ਗੌਰਮੈਂਟ ਨੂੰ ਇਨਫੋਰਮੇਸ਼ਨ ਦੇ ਦਿੱਤੀ ਕਿ ਉਹਨਾਂ ਦੇ ਹਿਸਾਬ ਨਾਲ ਕਿਸ ਤਰ੍ਹਾਂ ਇਹ ਸਾਰੀ ਕਾਰਵਾਈ ਹੋਈ ਔਰ ਕਿਹਨਾਂ ਦੇ ਖਿਲਾਫ ਐਕਸ਼ਨ ਬਣਦਾ। ਜਿਸ ਤਰ੍ਹਾਂ ਮੈਂ ਐਗਜ਼ਾਮਪਲ ਦਿੰਦਾ ਕਿ ਅਜੀਤ ਸਿੰਘ ਦੀ ਗੋਲੀ ਦਾ ਜਿਹੜਾ ਜ਼ਿਕਰ ਹੈ, ਉਹ ਮੇਰੇ ਇਨਕੁਆਇਰੀ ਤੋਂ ਪਹਿਲਾਂ ਕਿਸੇ ਨੇ ਕੋਈ ਜ਼ਿਕਰ ਕੀਤਾ ਹੀ ਨਹੀਂ ਉਸ ਗੱਲ ਦਾ। ਉਹ ਬਿਲਕੁਲ ਪੁਲਿਸ ਉਹਨੂੰ ਇਗਨੋਰ ਕਰ ਗਈ, ਉਹਨੂੰ ਖਾਏ ਗਈ ਉਸ ਇੰਸੀਡੈਂਟ ਨੂੰ, ਜਸਟ ਇਸ ਕਰਕੇ ਕਿ ਉਹ ਇਹ ਦੱਸਣਾ ਚਾਹੁੰਦੇ ਸੀ ਕਿ ਸਿੰਘ ਚੌਂਕ 'ਚ ਗੋਲੀ ਨਹੀਂ ਚਲਾਈ। ਇਨਵੈਸਟੀਗੇਸ਼ਨ ਕਰਕੇ ਉਹਦੇ ਚਲਾਨ ਵੀ ਪੇਸ਼ ਹੋ ਗਏ, ਮੋਰ ਦੈਨ 1 ਚਲਾਨ ਪੇਸ਼ ਹੋਏ, ਚਾਰਜ ਸ਼ੀਟ ਫਾਈਲ ਹੋਈ ਉਹਦੇ ਵਿੱਚ, ਜਿਹੜੀ ਸਿਟ ਨੇ ਇਨਵੈਸਟੀਗੇਸ਼ਨ ਕੀਤੀ ਸੀ। ਉਹ ਇਨਵੈਸਟੀਗੇਸ਼ਨ ਮੰਦਭਾਗੀ ਰਹੀ ਇਸ ਕਰਕੇ ਕਿ ਕਿਉਂਕਿ ਉਹਨੂੰ ਹਾਈ ਕੋਰਟ ਨੇ ਕੁਐਸ਼ ਕਰ ਦਿੱਤਾ। ਮੈਂ ਸਮਝਦਾ ਹਾਂ ਕਿ ਜਿਹੜਾ ਹਾਈ ਕੋਰਟ ਦਾ ਆਰਡਰ ਹੈ ਉਹ ਥੋੜ੍ਹਾ ਜਿਹਾ ਅਨਪ੍ਰੈਸੀਡੈਂਟਡ ਹੈ। ਉਹ ਇੱਦਾਂ ਦੇ ਆਰਡਰ ਨੋਰਮਲੀ ਇਨਵੈਸਟੀਗੇਸ਼ਨ ਦੇ ਦੌਰਾਨ ਹੁੰਦੇ ਨਹੀਂ। ਸੋ ਸਾਰੇ ਮੈਂ ਸਮਝਾਂਗਾ ਕਿ ਜੇ ਗੌਰਮੈਂਟ ਦੀ ਕੋਈ ਸਿੰਸੈਰਿਟੀ ਸੀ ਉਹਨਾਂ ਨੂੰ ਇਨਵੈਸਟੀਗੇਸ਼ਨ ਕਰਨ ਦੇ, ਉਹਨਾਂ ਨੇ ਹੀਲਾ ਕੀਤਾ, ਉਹ ਹੀਲਾ ਕਈ ਜਗ੍ਹਾ 'ਤੇ ਜਾ ਕੇ ਰੁਕਿਆ। ਇਹਦੇ ਮੋਰ ਦੈਨ 1 ਪਟੀਸ਼ਨਸ ਫਾਈਲ ਹੋਈਆਂ ਹਾਈ ਕੋਰਟ ਦੇ ਵਿੱਚ। ਇੱਕ ਪਹਿਲੀ ਪਟੀਸ਼ਨ ਫਾਈਲ ਹੋਈ ਅਗੇਂਸਟ ਮੇਰੀ ਰਿਪੋਰਟ, ਫਿਰ ਉਹਨੂੰ ਕਿਹਾ ਗਿਆ ਕਿ ਇਹਨੂੰ CBI ਕੋਲ ਜਿਹੜਾ ਟ੍ਰਾਂਸਫਰ ਕੀਤਾ ਜਾਵੇ ਕੇਸ ਨੂੰ, ਪੰਜਾਬ ਪੁਲਿਸ ਨਾ ਕਰੇ, ਉਹ ਰਿਜੈਕਟ ਹੋਈ। ਫਿਰ ਉਹਦੀ ਅਪੀਲ ਹੋਈ, ਫਿਰ ਸੁਪਰੀਮ ਕੋਰਟ ਗਏ, ਫਿਰ ਇੱਕ ਉਹੀ ਪਲੀ ਫਿਰ ਇੱਕ ਡਿਫਰੈਂਟ ਪਟੀਸ਼ਨਸ ਦੇ ਥਰੂ ਆਈ। ਉਹਦੇ ਵਿੱਚ ਜਿਹਦੇ 'ਚ ਸਿਟ ਨੇ ਕੋਈ, ਉਹਨਾਂ ਨੇ ਹਾਈ ਕੋਰਟ ਨੇ ਆਰਡਰ ਕਰਤਾ। ਮਤਲਬ ਕਾਫੀ ਆਰਡਰ ਇੰਟਰਫੇਰੈਂਸ ਜੁਡੀਸ਼ਰੀ ਤੋਂ ਹੋਈ ਹੈ ਇਸ ਕੇਸ ਦੇ ਵਿੱਚ। ਇੱਕ ਕਾਰਨ ਉਹ ਵੀ ਹੈ ਜਿਹੜਾ ਕਿ ਅੱਜ ਤੱਕ ਇਨਸਾਫ ਨਹੀਂ ਮਿਲ ਸਕਿਆ। ਮੈਂ ਤਾਂ ਇਹ ਕਹੂੰਗਾ ਕਿ ਜਦੋਂ ਇਨਸਾਫ ਦੀ ਗੱਲ ਕਰਦੇ ਨਾ ਆਪਾਂ, ਇਨਸਾਫ ਸਿਰਫ ਅਕਿਊਜ਼ਡ ਵਾਸਤੇ ਨਹੀਂ ਹੁੰਦਾ, ਇਨਸਾਫ ਵਿਕਟਿਮ ਵਾਸਤੇ ਵੀ ਹੁੰਦਾ। ਦੋਨੋਂ ਸਾਈਡ ਇਨਸਾਫ ਭਾਲਦੇ ਨੇ। ਜੇ ਅੱਜ ਆਪਾਂ ਅਕਿਊਜ਼ ਦੀ ਗੱਲ ਸੁਣ ਕੇ ਇਨਵੈਸਟੀਗੇਸ਼ਨ ਕੁਐਸ਼ ਕਰੀ ਜਾ ਰਹੇ ਹਾਂ ਜਾਂ ਇਨਵੈਸਟੀਗੇਸ਼ਨ ਨੂੰ ਪ੍ਰੋਲੋਂਗ ਕਰੀ ਜਾ ਰਹੇ ਹਾਂ ਕਿਸੇ ਕਾਰਨ ਵੀ ਹੋਵੇ, ਤਾਂ ਉਹਦੇ ਵਿੱਚ ਕਿਸੇ ਨਾ ਕਿਤੇ ਸਫਰਰ ਤਾਂ ਉਹ ਨੇ ਨਾ ਜਿਹੜੇ ਉੱਥੇ ਮਰ ਗਏ ਨੇ ਜਾਂ ਜਿਨ੍ਹਾਂ ਦੇ ਉਹਨਾਂ ਦੇ ਪਰਿਵਾਰ ਜਿਹੜੇ ਨੇ ਅੱਜ ਤੱਕ ਸਫਰ ਕਰ ਰਹੇ ਨੇ। ਫਿਰ ਤੁਸੀਂ ਦੇਖੋ ਕਿ ਇੱਕ ਹੋਰ ਅਨਪ੍ਰੈਸੀਡੈਂਟਡ ਆਰਡਰ ਹਾਈ ਕੋਰਟ ਨੇ ਪਾਸ ਕਰ ਦਿੱਤਾ। ਮੈਂ ਤਾਂ ਆਪਣੀ ਜ਼ਿੰਦਗੀ 'ਚ ਕਦੀ ਨਹੀਂ ਇਹ ਦੇਖਿਆ ਕਿ ਐਸਾ ਆਰਡਰ ਵੀ ਹੋ ਸਕਦਾ ਹੈ ਕਿ ਜੀ ਉਹ ਤੁਸੀਂ ਕਿਸੇ ਅਕਿਊਜ਼ ਨੂੰ, ਜਿਹੜਾ ਮੇਨ ਅਕਿਊਜ਼ਡ ਹੋਵੇ, ਜਿਹੜਾ ਰਿਸਪੌਂਸਿਬਲ ਹੋਵੇ, ਜਿਹਨੂੰ ਮੇਨ ਅਕਿਊਜ਼ ਤੌਰ 'ਤੇ ਇਨਵੈਸਟੀਗੇਸ਼ਨ ਚੱਲ ਰਹੀ ਹੋਵੇ, ਉਹਨੂੰ ਕਹਿ ਦੇਣ ਕਿ ਤੁਸੀਂ ਇਹਨੂੰ ਬੁਲਾ ਨਹੀਂ ਸਕਦੇ, ਤੁਸੀਂ ਇਹਨੂੰ ਇਨਵੈਸਟੀਗੇਟ ਨਹੀਂ ਕਰ ਸਕਦੇ ਜਦੋਂ ਤੱਕ ਅਗਲੀ
ਇਲੈਕਸ਼ਨ ਨਹੀਂ ਹੋ ਜਾਂਦੀ। ਇੱਕ ਉਹਨੂੰ 2 ਸਾਲ ਤੋਂ ਬਲੈਂਕਟ ਬੇਲ ਤੇ ਰੱਖੀ ਸੀ ਹਾਈ ਕੋਰਟ ਨੇ, ਕਿਸ ਕਾਰਨ ਕਰਕੇ ਜੀ? ਕਿਉਂ ਬਲੈਂਕਟ ਬੇਲ ਕਿਉਂ? ਅੱਜ ਦੇ ਦਿਨ ਵਿੱਚ ਜਿਹੜੀ ਆਰਡਰ ਹੈ ਫੇਵਰ ਆਫ ਮਿਸਟਰ ਸੈਣੀ, ਇਟ ਇਜ਼ ਸੋ ਅਨਪ੍ਰੈਸੀਡੈਂਟਡ ਦੈਟ ਅੱਜ ਉਹ ਕਿਸੇ ਦਾ ਕਤਲ ਵੀ ਕਰ ਦੇਣ ਤਾਂ ਉਹਨਾਂ ਨੂੰ ਫੜਿਆ ਨਹੀਂ ਜਾ ਸਕਦਾ, ਕੋਈ ਕਿਸੇ ਵੀ ਕੇਸ ਦੇ ਵਿੱਚ ਉਹਨੂੰ ਬੁਲਾਇਆ ਨਹੀਂ ਜਾ ਸਕਦਾ। ਪਹਿਲਾਂ ਵੀ ਜਿਹੜਾ ਆਰਡਰ ਸੀ ਕਿ ਜਦੋਂ IG ਇੰਟੈਲੀਜੈਂਸ ਸੀ ਜਾਂ ਕੋਈ ਸੀ ਉਹਦੇ ਬਾਰੇ ਕੋਈ ਕੇਸ ਹੋਵੇ ਤਾਂ ਉਹਨੂੰ ਬੁਲਾਇਆ ਨਹੀਂ ਜਾ ਸਕਦਾ। ਵਾਈ ਦਿਸ ਅਨਪ੍ਰੈਸੀਡੈਂਟਡ ਆਰਡਰ? ਇੱਕ ਉਹਨਾਂ ਨੂੰ ਮੁਲਜ਼ਮ ਦੀ ਹਸੀਅਤ ਨਾਲ ਦੇਖਣਾ ਚਾਹੀਦਾ ਹੈ ਕੋਰਟਸ ਨੂੰ, ਨਾ ਕਿ ਇਹ ਉਹਨਾਂ 'ਚ ਮਿਸਕਨਸੈਪਸ਼ਨ ਹੋਵੇ ਕਿ ਕੋਈ ਕਿਸੇ ਨੇ ਸਟੇਟ ਵਾਸਤੇ ਬਹੁਤ ਕੰਮ ਕੀਤਾ। ਸਟੇਟ ਵਾਸਤੇ ਕੀ ਕੰਮ ਕੀਤਾ ਉਹਦੇ 'ਤੇ ਵੀ ਕਈ ਕਿੰਤੂ ਪਰੰਤੂ ਨੇ ਕਿ ਉਹ ਜਿਹੜਾ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਜਿਹੜੀਆਂ ਹੋਈਆਂ ਸੀ ਦੌਰਾਨ ਉਸ ਵੇਲੇ, ਉਹਨਾਂ ਦੀ ਜਸਟੀਫਿਕੇਸ਼ਨ ਇੱਕ ਵਰਗ ਹੈ ਜਿਹੜਾ ਬਿਲਕੁਲ ਉਹਨੂੰ ਅਨਜਸਟੀਫਾਈਡ ਕਹਿੰਦਾ ਹੈ। ਇੱਕ ਵਰਗ ਹੈ ਜਿਹੜਾ ਕਿ ਐਗਜ਼ੈਕਟਿਵ ਵਾਲਾ ਵਰਗ ਹੈ ਜਾਂ ਜਿਹੜਾ ਗਵਰਨਮੈਂਟ ਦਾ ਪੱਖ ਰੱਖਦੇ ਨੇ ਉਹਨੂੰ ਜਸਟੀਫਾਈ ਕਰਦੇ ਨੇ। ਮੇਰੇ ਹਿਸਾਬ ਨਾਲ ਇਨ ਅ ਡੈਮੋਕ੍ਰੈਟਿਕ ਕੰਟਰੀ ਇਟ ਇਜ਼ ਵੈਰੀ ਡਿਫਿਕਲਟ ਟੂ ਅਸੈਪਟ ਕਿ ਪੁਲਿਸ can be so trigger happy that instead of bringing a person before justice they can conk him off. It's very unfortunate. ਹੁਣ ਜੋ ਕੁਝ ਵੀ ਹੋ ਰਿਹਾ ਹੈ ਇਸ ਮੁਲਕ ਦੇ ਵਿੱਚ ਇਹ ਬੜਾ ਅਨਫੋਰਚੂਨੇਟ ਹੈ। ਇਹ ਨਿਆਂ ਪ੍ਰਣਾਲੀ ਜੇ ਇਸ ਵੇਲੇ ਖੜੀ ਨਹੀਂ ਹੋਏਗੀ ਤੇ ਲੋਕਾਂ ਨੂੰ ਜਸਟਿਸ ਨਹੀਂ ਮਿਲੇਗਾ। ਅੱਜ ਤੁਸੀਂ ਐਗਜ਼ਾਮਪਲ ਲੈ ਲਓ ਜਿਹੜਾ ਉੱਥੇ ਉਹ ਯੂਪੀ ਦੇ ਵਿੱਚ ਹੋਇਆ। ਜੇ ਫਰਜ਼ ਕਰੋ ਸੁਪਰੀਮ ਕੋਰਟ ਸੋ ਮੋਟੋ ਨੋਟਿਸ ਨਾ ਲੈਂਦਾ, ਮੈਂ ਨਹੀਂ ਸਮਝਦਾ ਕਿ ਕੋਈ ਬੰਦਾ ਉੱਥੇ ਅਰੈਸਟ ਹੁੰਦਾ। ਔਰ ਕਿੰਨੀ ਉਹ ਇੱਕ ਇੰਨੀ ਸ਼ਰੇਆਮ ਧਾਂਦਲੇਬਾਜ਼ੀ ਵਾਲੀ ਜਿਹੜਾ ਹਰਕਤ ਹੈ ਉਹ, ਮਤਲਬ ਕਿ ਨਾ ਇਹ ਤਾਂ ਮੇਰਾ ਖਿਆਲ ਹੈ ਕਿਸੇ ਪੁਰਾਣੇ ਰਾਜ ਵੇਲੇ ਵੀ ਇੱਦਾਂ ਰਾਜੇ ਨਹੀਂ ਕਰਦੇ ਹੋਣਗੇ ਜਿਸ ਤਰ੍ਹਾਂ ਉੱਥੇ ਹੋਇਆ। ਅਗਰ ਅਸੀਂ ਇਹ ਗੱਲਾਂ ਸਾਰੀਆਂ ਇਸ ਤਰ੍ਹਾਂ ਆਪਣਾ ਸਿੰਪਥੈਟਿਕ ਕੰਸੀਡਰੇਸ਼ਨ ਕਰਾਂਗੇ ਜੀ ਇਹਨੇ ਪਤਾ ਨਹੀਂ ਕੀ ਕੀਤਾ ਹੈ, ਕਿਸੇ ਨੇ ਇਹ ਬੰਦੇ ਨੇ ਪਤਾ ਨਹੀਂ ਕੀ ਕੀਤਾ ਹੈ, ਸਟੇਟ ਵਾਸਤੇ ਕੀ ਕੀਤਾ ਹੈ, ਤਾਂ ਵੀ ਆਰ ਫੋਰਗੈਟਿੰਗ ਦੈਟ one may be very good at one time but doesn't mean that he get a license to do whatever he feels like or what he can kill anybody what he feels like, then we must protect him. It's very unfortunate. Most probably ਮੇਰਾ ਇਹ ਮੰਨਣਾ ਹੈ ਕਿ ਇਸ ਜਸਟਿਸ ਡਿਲੇ ਜਿਹੜਾ ਹੋਇਆ ਹੈ ਉਹਦੇ ਵਿੱਚ ਕੋਰਟਸ ਦੀ ਕੰਟਰੀਬਿਊਸ਼ਨ ਮੇਜਰਲੀ ਹੈ। ਉਸ ਤੋਂ ਬਾਅਦ ਕੰਟਰੀਬਿਊਸ਼ਨ ਜਿਹੜੀ ਹੈ ਉਹ ਹੋ ਸਕਦੀ ਹੈ ਇਨਵੈਸਟੀਗੇਟਿੰਗ ਏਜੰਸੀ ਦੀ, ਹੋ ਸਕਦੀ ਹੈ ਉਸ ਤੋਂ ਬਾਅਦ ਵਿਲ ਆਫ ਦੀ ਐਗਜ਼ੈਕਟਿਵ ਹੋ ਸਕਦੀ ਹੈ। ਇਹ ਸਾਰੀਆਂ ਗੱਲਾਂ ਮਿਲ ਕੇ ਮੇਰੇ ਹਿਸਾਬ ਨਾਲ ਜਿਹੜੇ ਪੀੜਤ ਨੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ, ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਇਹ ਮੇਰੀ ਇਹ ਰਿਕੁਐਸਟ ਹੈ, ਮੇਰੀ ਇਹ ਪਲੀ ਹੈ ਬਿਫੋਰ ਆਲ ਦੀ ਅਥਾਰਟੀਜ਼ ਕਿ ਇਹਨੂੰ ਸੀਰੀਅਸਲੀ ਲੈਣ ਔਰ ਇਸ ਨੂੰ ਜਸਟਿਸ ਤੱਕ ਪਹੁੰਚਾਉਣ ਤਾਂ ਕਿ ਇਹ ਇੱਕ ਐਗਜ਼ਾਮਪਲ ਆਪਾਂ ਅੱਗੇ ਦੇ ਸਕੀਏ ਕਿ ਜਿਹੜੀ ਗਵਰਨਮੈਂਟ ਰੂਲ ਆਫ ਲਾਅ ਨਾਲ ਗਵਰਨ ਹੁੰਦੀ ਹੈ ਉਹ ਕਿਸੇ ਨੂੰ ਅਨਪਨਿਸ਼ ਨਹੀਂ ਜਾਣ ਦੇਊਗੀ। ਜੀ ਬਿਲਕੁਲ, ਜਿਹੜੀ ਲਾਸਟ ਟਿੱਪਣੀ ਜੱਜ ਸਾਹਿਬ ਨੇ ਕੀਤੀ ਹੈ ਉਹ ਗੋਲੀ ਕਾਂਡ ਵਾਂਗੂ ਹੀ, ਗੋਲੀ ਚੱਲਣ ਵਾਂਗੂ ਹੀ ਘਾਤਕ ਤੇ ਖੌਫਨਾਕ ਹੈ ਕਿ ਜੋ ਨਿਆਂ ਪ੍ਰਣਾਲੀ ਹੈ, ਜੋ ਜੁਡੀਸ਼ੀਅਲ ਸਿਸਟਮ ਹੈ, ਉਸ ਦੀ ਵੀ ਕਾਫੀ ਜ਼ਿਆਦਾ ਹੱਦ ਤੱਕ ਕੰਟਰੀਬਿਊਸ਼ਨ ਹੈ। ਖਾਸ ਕਰ ਬਹਿਬਲ ਕਲਾਂ ਗੋਲੀकांड ਕੋਟਕਪੂਰਾ ਗੋਲੀकांड ਮਾਮਲੇ ਦੇ ਵਿੱਚ ਹੁਣ ਤੱਕ ਨਿਆਂ ਨਾ ਮਿਲਣ ਦੇ ਵਾਸਤੇ ਇਹ ਬਹੁਤ ਜ਼ਿਆਦਾ ਮੇਰੇ ਖਿਆਲ 'ਚ ਸਟ੍ਰੇਟ ਫਾਰਵਰਡ ਟਿੱਪਣੀ ਜੱਜ ਸਾਹਿਬ ਨੇ ਕੀਤੀ ਹੈ। ਦੂਜੀ ਗੱਲ ਇਸ 'ਚ ਇਹ ਵੀ ਗੱਲ ਜੋ ਚੁਕੰਨਾ ਕਰਦੀ ਹੈ ਕਿ 6 ਸਾਲ ਹੋ ਗਏ ਨੇ, ਇੱਕ ਵਾਰ ਸਰਕਾਰ ਬਦਲਤੀ ਹੈ, ਇੱਕ ਵਾਰ ਮੁੱਖ ਮੰਤਰੀ ਬਦਲ ਲਿਆ ਹੈ। ਮੈਨੂੰ ਲੱਗਦਾ 2022 'ਚ ਤਾਂ ਕਿਸੇ ਨੂੰ ਵੀ ਇਹ ਗੱਲ ਦੇ ਵਾਸਤੇ ਵੋਟ ਪਾਉਣ ਦੀ ਕਿਸੇ ਨੂੰ ਵੀ ਲੋੜ ਨਹੀਂ, ਭਾਵੇਂ ਉਹ ਨਵਜੋਤ ਸਿੰਘ ਸਿੱਧੂ ਹੋਵੇ, ਚਰਨਜੀਤ ਸਿੰਘ ਚੰਨੀ ਹੋਵੇ, ਸੁਖਬੀਰ ਸਿੰਘ ਬਾਦਲ ਨੇ ਤਾਂ ਗੱਲ ਹੀ ਕਿਉਂ ਕਰਨੀ ਹੈ, ਜਾਂ ਆਮ ਆਦਮੀ ਪਾਰਟੀ ਮਿਸਟਰ ਕੇਜਰੀਵਾਲ ਹੋਣ ਕਿ ਅਸੀਂ ਨਿਆਂ ਦਵਾ ਦਾਂਗੇ, ਕਿਉਂਕਿ ਨਿਆਂ ਪ੍ਰਣਾਲੀ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ। ਉਸ ਪੱਧਰ ਦੇ ਉੱਤੇ ਵੀ ਲੈਪਸਿਸ ਨੇ। ਉਹ ਲੈਪਸਿਸ ਕਈ ਤਰ੍ਹਾਂ ਦੇ ਹੋ ਸਕਦੇ ਨੇ ਜਿਨ੍ਹਾਂ ਨੂੰ ਆਪਾਂ ਕਿਸੇ ਹੋਰ ਜਿਹੜੀ ਗੁਫ਼ਤਗੂ ਦਾ ਜਿਹੜਾ ਵਿਸ਼ਾ ਜ਼ਰੂਰ ਬਣਾਵਾਂਗੇ ਕਿ ਨਿਆਂ ਪ੍ਰਣਾਲੀ ਦੇ ਵਿੱਚ ਕਿੱਥੇ ਕਿੱਥੇ ਖਾਮੀਆਂ ਨੇ, ਕਿੱਥੇ ਕਿੱਥੇ ਉਹ ਕਾਲੀਆਂ ਭੇਡਾਂ ਨਿਆਂ ਪ੍ਰਣਾਲੀ ਦੇ ਵਿੱਚ ਜੁਡੀਸ਼ੀਅਲ ਸਿਸਟਮ ਦੇ ਵਿੱਚ ਵੜ ਗਈਆਂ ਨੇ, ਜਿਹੜੀਆਂ ਜੇ ਸਰਕਾਰਾਂ ਚਾਹਣ ਵੀ ਜਾਂ ਇਸ ਤਰ੍ਹਾਂ ਦੇ ਕਮਿਸ਼ਨ ਆਫ ਇਨਕੁਆਇਰੀ ਜੇ ਰਿਪੋਰਟਾਂ ਵੀ ਬਣਾ ਕੇ ਬਿਲਕੁਲ ਹੀ ਐਸੀਆਂ ਰਿਪੋਰਟਾਂ, ਪੁਖਤਾ ਰਿਪੋਰਟਾਂ ਬਣਾ ਕੇ ਦੇ ਦੇਣ ਕਿ ਜਿਨ੍ਹਾਂ ਤੋਂ ਟਸ ਤੋਂ ਮਸ ਹੋਣ ਦੀ ਲੋੜ ਹੀ ਨਹੀਂ ਪੈਂਦੀ ਹੈਗੀ, ਇੱਧਰ ਉੱਧਰ ਝਾਕਣ ਦੀ ਲੋੜ ਹੀ ਨਹੀਂ ਪੈਂਦੀ, ਬੰਦਾ ਚੱਕ ਕੇ ਅੰਦਰ ਸੁੱਟਣ ਦੀ ਕੀਤੀ ਜਾਵੇ, ਤਾਂ ਵੀ ਅਦਾਲਤਾਂ ਜਿਹੜੀਆਂ ਨੇ ਐਕਸ਼ਨ ਨਹੀਂ ਲੈਂਦੀਆਂ। ਹਾਲਾਂਕਿ ਇਸ 'ਚ ਸਰਕਾਰੀ ਮਸ਼ੀਨਰੀ, ਸਰਕਾਰਾਂ, ਸਿਆਸਤਦਾਨ ਆਪੋ ਆਪਣਾ ਰੋਲ ਅਦਾ ਕਰਦੇ ਨੇ ਕਿ ਕਿਹਨੂੰ ਬਚਾਉਣਾ ਹੈ, ਕਦੋਂ ਕਿਸੇ ਨੂੰ ਸਿਰਫ ਸਿਆਸੀ ਜਿਹੜਾ ਵੋਟਾਂ ਵਾਸਤੇ ਜਾਂ ਸਿਆਸੀ ਆਪਣੇ ਮਨਸੂਬੇ ਪੂਰੇ ਕਰਨ ਵਾਸਤੇ ਘੁਰਕੀ ਮਾਰਨੀ ਹੈ ਕਿ ਤੈਨੂੰ ਚੱਕ ਕੇ ਅੰਦਰ ਦੇ ਦਾਂਗੇ
ਗਿਆ, ਤੈਨੂੰ ਚੱਕ ਕੇ ਅੰਦਰ ਦੇਤਾ, ਹੁਣ ਤੂੰ ਜ਼ਮਾਨਤ ਲੈ ਲਾ। ਦੂਜੀ ਗੱਲ, ਸਾਬਕਾ ਡੀਜੀਪੀ ਤੇ ਉਸ ਵਕਤ ਦੇ ਡੀਜੀਪੀ ਜਦੋਂ ਗੋਲੀकांड ਹੁੰਦਾ ਹੈ 2015 14 ਅਕਤੂਬਰ ਨੂੰ, ਜਿਸ ਦਿਨ ਕਿ ਅੱਜ ਆਪਾਂ 14 ਅਕਤੂਬਰ 2021 'ਚ ਬੈਠੇ ਹਾਂ, ਸੁਮੇਧ ਸਿੰਘ ਸੈਣੀ ਨੂੰ ਜੋ ਜਿਸ ਤਰ੍ਹਾਂ ਦੀ ਜ਼ਮਾਨਤ, ਜਿਸ ਤਰ੍ਹਾਂ ਦੀ ਰਾਹਤ ਦਿੱਤੀ ਹੋਈ ਹੈ ਕਿ ਵੋਟਾਂ ਤੱਕ ਇਸ ਬੰਦੇ ਨੂੰ ਹੱਥ ਨਹੀਂ ਲਾ ਸਕਦੀ ਕੋਈ ਸਰਕਾਰ ਜਾਂ ਕੋਈ ਪੁਲਿਸ। ਉਹ ਜਿਵੇਂ ਜੱਜ ਸਾਹਿਬ ਨੇ ਕਿਹਾ ਕਿ ਉਹ ਬੰਦਾ ਅੱਜ ਕਤਲ ਵੀ ਕਰ ਦੇਵੇ ਤਾਂ ਸ਼ਾਇਦ, ਖੈਰ ਇਹ ਤਾਂ ਗੱਲ ਕਹਿਣ ਦੀ ਗੱਲ ਹੈ ਕਿ ਅਗਰ ਕਤਲ ਕਰ ਦੇਵੇ ਤਾਂ ਉਹ ਵੱਖਰੇ ਤਰ੍ਹਾਂ ਦਾ ਵਿਸ਼ਾ ਹੋ ਸਕਦਾ ਹੈ, ਇੱਕ ਜਾਂਚ ਦਾ ਜਾਂ ਕਾਰਵਾਈ ਦਾ, ਪੁਲਿਸ ਕਾਰਵਾਈ ਦਾ IPC ਦੇ ਅੰਦਰ। ਪਰ ਗੱਲ ਤਾਂ ਸਿੱਧੀ ਇਹ ਹੈ ਕਿ ਉਸ ਬੰਦੇ ਨੂੰ ਤੁਸੀਂ ਚੁੰਡੀ ਵੀ ਨਹੀਂ ਵੱਢ ਸਕਦੇ। ਇਹ ਬਹੁਤ ਵੱਡਾ ਜਿਹੜਾ ਆਪਾਂ ਨੂੰ ਇਸ਼ਾਰਾ ਮਿਲਿਆ ਹੈ ਕਿ ਸਰਕਾਰਾਂ ਦੇ ਪੱਧਰ ਦੇ ਉੱਤੇ ਹੀ ਨਹੀਂ, ਅਦਾਲਤੀ ਪੱਧਰ ਦੇ ਉੱਤੇ, ਨਿਆਂ ਪ੍ਰਣਾਲੀ ਦੇ ਪੱਧਰ ਦੇ ਉੱਤੇ ਵੀ ਕਿਤੇ ਨਾ ਕਿਤੇ ਇਹ ਕੋਸ਼ਿਸ਼ ਹੋਈ ਹੈ ਜਾਂ ਇਹ ਅੰਦਰ ਖਾਤੇ ਕੋਈ ਗੱਲ ਚੱਲੀ ਹੈ ਕਿ ਇਨਸਾਫ ਦੇਣ ਦੀ ਲੋੜ ਨਹੀਂ, ਜਾਂ ਇੰਨੀ ਛੇਤੀ ਦੇਣ ਦੀ ਲੋੜ ਨਹੀਂ, ਜਾਂ ਇਨਸਾਫ ਦੇਣ ਨੂੰ ਵੀ ਕੈਸ਼ ਕੀਤਾ ਜਾਏਗਾ। ਉਹ ਕੈਸ਼ ਕਰਨ ਦਾ ਸਮਾਂ ਹਾਲੇ ਆਇਆ ਨਹੀਂ, ਉਹ ਮੁੱਲ ਵੱਟਣ ਦਾ ਜਿਹੜਾ ਸਮਾਂ ਆਇਆ ਨਹੀਂ ਕਿ ਬਾਈਬਲ ਕਲਾਂ ਗੋਲੀकांड ਦਾ ਇਨਸਾਫ ਦੇ ਕੇ ਇੰਨਾ ਸੌਖਾ ਸਸਤੇ 'ਚ ਹੀ ਇਨਸਾਫ ਦਿੱਤਾ ਜਾਏ। ਜੋ ਅਸੀਂ ਮਹਿਸੂਸ ਕਰ ਰਹੇ ਹਾਂ ਉਹ ਤੁਹਾਡੇ ਸਾਹਮਣੇ ਰੱਖਿਆ ਹੈ। ਤੁਹਾਡੇ ਹੁੰਗਾਰੇ ਦੀ ਸਾਨੂੰ ਹਮੇਸ਼ਾ ਜਿਹੜੀ ਹੈ ਵੇਟ ਰਹਿੰਦੀ ਹੈ। ਕੋਈ ਚਿੱਠੀ ਪੱਤਰ ਲਿਖਣ ਦੀ ਲੋੜ ਨਹੀਂ ਹੈ, ਤੁਹਾਡੇ ਹੱਥ ਵਿੱਚ ਹੈ। ਇਸ ਤਰ੍ਹਾਂ ਕਰ ਦਿਓ ਤਾਂ ਵੀ ਸਵੀਕਾਰ ਹੈ, ਇਸ ਤਰ੍ਹਾਂ ਕਰ ਦਿਓ ਤਾਂ ਵੀ ਸਿਰ ਮੱਥੇ ਹੈ। ਬਹੁਤ ਸ਼ੁਕਰੀਆ ਸਰ। ਇੱਕ ਗੱਲ ਜ਼ਰੂਰ ਲਾਸਟ ਟਿੱਪਣੀ ਲੈਂਦੇ ਹਾਂ, ਮੈਂ ਤੁਹਾਡੇ ਤੋਂ ਅਲਵਿਦਾ ਲੈਂਦਾ। ਮੈਂ ਇੱਕ ਗੱਲ ਕਹਿਣਾ ਚਾਹਾਂਗਾ, ਜਿਹੜੇ ਅਨਪ੍ਰੈਸੀਡੈਂਟਡ ਆਰਡਰ ਹੋਏ ਨੇ ਜੀ ਹਾਈ ਕੋਰਟ ਵੱਲੋਂ, ਪਹਿਲਾਂ ਜਿਹੜੀ ਬਲੈਂਕਟ ਬੇਲ ਪ੍ਰੀਵੀਅਸ DGP ਨੂੰ ਦਿੱਤੀ ਗਈ, ਜਾਂ ਜਿਹੜੀ ਹੁਣ ਉਹਦਾ ਅਨਪ੍ਰੈਸੀਡੈਂਟਡ ਆਰਡਰ ਹੋਇਆ ਹੈ, ਆਈ ਫੇਲ ਟੂ ਅੰਡਰਸਟੈਂਡ ਕਿ ਗੌਰਮੈਂਟ ਨੇ ਅੱਜ ਤੱਕ ਇਹ ਚੈਲੰਜ ਕਿਉਂ ਨਹੀਂ ਕੀਤੇ। ਇਹ ਆਰਡਰ ਜਿਹੜੇ ਨੇ, ਇਟ ਇਜ਼ ਆਊਟਕਮ ਮੇ ਬੀ ਐਨੀ। ਇਹ ਆਰਡਰ ਜਿਹੜੇ ਸੁਪਰੀਮ ਕੋਰਟ 'ਚ, ਜਿੱਥੇ ਵੀ ਜਿਸ ਅਦਾਲਤ 'ਚ ਚੈਲੰਜ ਹੋਣੇ ਚਾਹੀਦੇ ਸੀ, ਕਿਉਂ ਨਹੀਂ ਕੀਤੇ ਗਏ। ਇਹ ਵੀ ਇੱਕ ਕਿੰਤੂ ਪਰੰਤੂ ਸਵਾਲ ਪੈਦਾ ਹੁੰਦਾ ਹੈ ਕਿ ਇੰਟੈਂਸ਼ਨਸ ਕੀ ਨੇ ਕਿਸੇ ਦੀਆਂ ਜਿਨ੍ਹਾਂ ਨੂੰ ਇਹਨਾਂ ਨੂੰ ਨਹੀਂ ਚੈਲੰਜ ਕਰਨਾ। ਉਹ ਵੀ ਆਨਸਰ ਕਰਦਾ ਹੈ ਕਿ ਸ਼ਾਇਦ ਹੋ ਸਕਦਾ ਜਿਹੜਾ ਚੇਂਜਸ ਹੋਈਆਂ ਨੇ ਉਹਨਾਂ ਦਾ ਇਫੈਕਟ ਹੈ। ਮੈਂ ਇਸ ਬਾਰੇ ਕੁਝ ਕਹਿਣਾ ਨਹੀਂ ਚਾਹੂੰਗਾ, ਬਿਕੋਜ਼ ਜਿਹੜੇ ਕੌਨਸਟੀਟਿਊਸ਼ਨਲ ਪੋਸਟ ਹੋਲਡਰ ਹੁੰਦੇ ਨੇ ਉਹ ਇਹ ਸਾਰੀਆਂ ਗੱਲਾਂ ਤੋਂ ਉੱਠ ਕੇ, ਅਬਵ ਉੱਠ ਕੇ ਆਪਣੇ ਜਿਹੜੇ ਫੈਸਲੇ ਲੈਂਦੇ ਨੇ। ਪਰ ਇਹ ਅਨਪ੍ਰੈਸੀਡੈਂਟਡ ਹੈ ਕਿ ਇਹੋ ਜਿਹਾ ਆਰਡਰ ਜਿਹੜਾ ਮਿਲਿਆ ਹੋਵੇ ਉਹਨੂੰ ਗੌਰਮੈਂਟ ਅਜੇ ਤੱਕ ਸੋਚ ਵਿਚਾਰ ਕਰਦੇ ਹੋਏ ਵੀ ਉਹਨੂੰ ਚੈਲੰਜ ਕਰਨਾ ਕਿ ਨਹੀਂ ਕਰਨਾ। ਇਹ ਮੇਰੀ ਸਮਝ ਤੋਂ ਬਾਹਰ ਹੈ ਜੀ। ਵੱਡੇ ਸਵਾਲ ਮੌਜੂਦਾ ਸਰਕਾਰ 'ਤੇ ਵੀ ਨੇ। ਬਹੁਤ ਸ਼ੁਕਰੀਆ ਸਰ। ਥੈਂਕ ਯੂ, ਮਿਹਰਬਾਨੀ।